ਮੇਰੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਸ਼ਰਾਬ ਪੀ ਕੇ ਮੇਰੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ। ਅਤਿਆਚਾਰ ਸਹਿੰਦੇ ਸਹਿੰਦੇ ਮੇਰੇ ਵਿਆਹ ਨੂੰ 5 ਸਾਲ ਹੋ ਗਏ, ਪਰ ਮੈਂ ਮਾਂ ਨਾ ਬਣ ਸਕੀ। ਸਾਰੇ ਮੈਨੂੰ ਬਾਂਝ ਕਹਿਣ ਲੱਗੇ। ਮੈਂ ਆਪਣਾ ਸਹੁਰਾ ਘਰ ਛੱਡ ਦਿੱਤਾ। ਫਿਰ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਇੰਨੀ ਵੱਡੀ ਕੰਪਨੀ ਦਾ ਮਾਲਕਨ ਬਣਿਆ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਦੋਸਤੋ, ਹੁਣ ਮੈਂ ਤੁਹਾਨੂੰ ਖੁੱਲ੍ਹ ਕੇ ਸਾਰੀ ਕਹਾਣੀ ਦੱਸਦੀ ਹਾਂ। ਹਰ ਲੜਕੀ ਦੀ ਤਰ੍ਹਾਂ ਪਹਿਲੀ ਸੁਹਾਗ ਰਾਤ ਨੂੰ ਮੈਂ ਆਪਣੇ ਪਤੀ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਰਾਤ ਦੇ 12 ਵਜ ਗਏ, ਪਰ ਮੇਰੇ ਪਤੀ ਦੀ ਕੋਈ ਖਬਰ ਨਹੀਂ ਸੀ। ਇੰਤਜ਼ਾਰ ਕਰਦੇ ਕਰਦੇ 1 ਵਜ ਗਿਆ। ਉਹਨਾਂ ਦੀ ਹਾਲੇ ਤੱਕ ਕੋਈ ਖਬਰ ਨਹੀਂ ਸੀ। ਫਿਰ 2 ਵਜੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਮੇਰਾ ਪਤੀ ਕਮਰੇ ਦੇ ਅੰਦਰ ਆਇਆ ਤਾਂ ਉਹ ਆਪਣੇ ਪੈਰਾਂ ਤੇ ਖੜੇ ਵੀ ਨਹੀਂ ਹੋ ਸਕਦੇ ਸੀ। ਡਿੱਗਦੇ ਡਿੱਗਦੇ ਬਿਸਤਰ ਤੇ ਪਹੁੰਚੇ। ਜਦੋਂ ਹੀ ਮੈਂ ਉਸ ਨੂੰ ਸਹਾਰਾ ਦਿੱਤਾ ਤਾਂ ਉਹਨਾਂ ਨੇ ਮੈਨੂੰ ਧੱਕਾ ਦੇ ਦਿੱਤਾ ਅਤੇ ਕਿਹਾ, ਸਾਲੀ, ਤੂੰ ਮੇਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ, ਮੇਰਾ ਪਿਆਰ ਮੇਰੇ ਤੋਂ ਦੂਰ ਕਰ ਦਿੱਤਾ। ਇਸ ਦੀ ਸਜ਼ਾ ਤੈਨੂੰ ਮੈਂ ਦੇ ਕੇ ਰਹੂੰਗਾ। ਅਤੇ ਉਹਨਾਂ ਨੇ ਮੈਨੂੰ ਜਾਨਵਰਾਂ ਦੀ ਤਰ੍ਹਾਂ ਨੋਚਿਆ। ਪੂਰੀ ਰਾਤ ਮੈਂ ਰੋਂਦੀ ਰਹੀ, ਰਹਿਮ ਦੀ ਭੀਖ ਮੰਗਦੀ ਰਹੀ, ਪਰ ਉਹਨਾਂ ਉੱਤੇ ਤਾਂ ਕੋਈ ਜਾਨਵਰ ਸਵਾਰ ਹੋ ਗਿਆ ਸੀ। ਸਵੇਰ 5 ਵਜੇ ਮੈਨੂੰ ਹੋਸ਼ ਆਇਆ। ਨਾ ਜਾਣੇ ਕਦੋਂ ਤੱਕ ਇਹ ਜਾਨਵਰ ਮੈਨੂੰ ਨੋਚਦਾ ਰਹਾ। ਮੈਨੂੰ ਪਤਾ ਹੀ ਨਹੀਂ ਲੱਗਿਆ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ। ਜੋ ਸੁਪਨੇ ਮੈਂ ਲੈ ਕੇ ਆਈ ਸੀ, ਉਹ ਸਾਰੇ ਸੁਪਨੇ ਸੁਹਾਗ ਦੀ ਸੇਜ ਦੇ ਚਾਰੇ ਪਾਸੇ ਪਾਟੇ ਹੋਏ ਕੱਪੜਿਆਂ ਦੇ ਨਾਲ ਰਾਖ ਹੋ ਚੁੱਕੇ ਸੀ। ਪਰ ਹੁਣ ਮੇਰਾ ਫਟਿਆ ਹੋਇਆ ਨਸੀਬ ਕੀ ਕਰਦਾ ਸੀ? ਜੋ ਵੀ ਸੀ ਮੈਨੂੰ ਹੀ ਸਹੀ ਕਰਨਾ ਸੀ। ਸਵੇਰੇ 6 ਵਜੇ ਮੇਰੀ ਸੱਸ ਨੇ ਮੈਨੂੰ ਆਵਾਜ਼ ਲਗਾਈ, ਬਹੂ ਉੱਠ ਜਾ ਤੇ ਬਾਹਰ ਆ ਜਾ। ਮੈਂ ਵੀ ਆਪਣੇ ਹੰਝੂ ਪੂੰਝੇ ਤੇ ਫਿਰ ਨਹਾ ਕੇ ਬਾਹਰ ਆ ਗਈ ਅਤੇ ਚਾਹ ਬਣਾ ਕੇ ਆਪਣੇ ਪਤੀ ਨੂੰ ਦੇਣ ਕਮਰੇ ਵਿੱਚ ਗਈ ਤਾਂ ਉਹ ਹਾਲੇ ਤੱਕ ਸੌਂ ਰਿਹਾ ਸੀ। ਮੇਰਾ ਮਨ ਤਾਂ ਨਹੀਂ ਕਰਦਾ ਸੀ, ਪਰ ਫਿਰ ਵੀ ਮੈਂ ਉਸ ਨੂੰ ਕਿਹਾ, ਉੱਠੋ ਜੀ, ਚਾਹ ਪੀ ਲਓ। ਮੇਰੇ ਪਤੀ ਨੇ ਅੱਖ ਖੋਲ੍ਹੀ ਅਤੇ ਮੈਨੂੰ ਦੇਖਿਆ ਤਾਂ ਉਸ ਨੂੰ ਰਾਤ ਦਾ ਯਾਦ ਆਇਆ ਕਿ ਉਹ ਕਿਵੇਂ ਰਾਤ ਨੂੰ ਰਾਖਸ਼ ਬਣਿਆ ਹੋਇਆ ਸੀ। ਮੇਰੇ ਪਤੀ ਨੇ ਸ਼ਰਮਿੰਦਾ ਹੁੰਦੇ ਹੋਏ ਮੈਨੂੰ ਕਿਹਾ, ਅੰਜਲੀ, ਮੈਨੂੰ ਮਾਫ ਕਰ ਦੇ। ਮੈਂ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਤੇਰੇ ਨਾਲ ਬਹੁਤ ਗਲਤ ਕੀਤਾ। ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ। ਉਸ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਪਤੀ ਹੋ, ਤੁਸੀਂ ਮੇਰੇ ਤੋਂ ਮਾਫੀ ਨਾ ਮੰਗੋ, ਮੈਨੂੰ ਪਾਪ ਲੱਗੇਗਾ। ਬਸ ਤੁਸੀਂ ਅੱਜ ਤੋਂ ਬਾਅਦ ਸ਼ਰਾਬ ਪੀ ਕੇ ਘਰ ਨਹੀਂ ਆਓਗੇ। ਮੇਰੇ ਨਾਲ ਵਾਅਦਾ ਕਰੋ। ਉਹਨਾਂ ਨੇ ਵੀ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਊਂਗਾ। ਅਤੇ ਫਿਰ ਚਾਹ ਪੀ ਕੇ ਤਿਆਰ ਹੋ ਕੇ ਕੰਮ ਤੇ ਚਲੇ ਗਏ। ਮੈਂ ਵੀ ਖੁਸ਼ ਸੀ। ਜੋ ਦਰਦ ਲਿਖਿਆ ਸੀ ਕਿਸਮਤ ਵਿੱਚ, ਉਹ ਤਾਂ ਮਿਲਣਾ ਹੀ ਸੀ। ਪਰ ਸ਼ਾਇਦ ਹੁਣ ਸਭ ਕੁਝ ਸਹੀ ਹੋ ਜਾਵੇਗਾ। ਮੈਂ ਪੂਰਾ ਦਿਨ ਖੁਸ਼ ਸੀ। ਘਰ ਪੂਰਾ ਭਰਿਆ ਹੋਇਆ ਸੀ। ਮੇਰੇ 2 ਜਠਾਣੀਆਂ ਅਤੇ ਮੇਰੀ ਸੱਸ, ਮੇਰੀਆਂ ਜਠਾਣੀਆਂ ਦੇ ਬੱਚੇ ਸਾਰੇ ਮੇਰੇ ਨਾਲ ਚੰਗੀ ਤਰ੍ਹਾਂ ਘੁਲ ਮਿਲ ਗਏ ਸੀ। ਸਵੇਰ ਤੋਂ ਸ਼ਾਮ ਹੋਈ, ਸ਼ਾਮ ਤੋਂ ਰਾਤ ਹੋਈ। ਸਭ ਨੇ ਖਾਣਾ ਖਾ ਲਿਆ, ਪਰ ਮੇਰਾ ਪਤੀ ਘਰ ਨਹੀਂ ਆਇਆ। ਮੈਂ ਉਹਨਾਂ ਦਾ ਖਾਣਾ ਲੈ ਕੇ ਆਪਣੇ ਰੂਮ ਵਿੱਚ ਚਲੀ ਗਈ। ਮੈਂ ਬਹੁਤ ਖੁਸ਼ ਸੀ ਕਿ ਅੱਜ ਰਾਤ ਮੇਰਾ ਪਤੀ ਮੈਨੂੰ ਚੰਗੀ ਤਰ੍ਹਾਂ ਪਿਆਰ ਕਰੇਗਾ ਅਤੇ ਮੈਂ ਕੱਲ ਦੇ ਗਹਿਰੇ ਜ਼ਖਮਾਂ ਨੂੰ ਭੁੱਲ ਸਕੂੰਗੀ। ਅੱਜ ਵੀ ਮੇਰਾ ਪਤੀ ਪੂਰੀ ਰਾਤ ਦੇ 12 ਵਜੇ ਘਰ ਪਹੁੰਚਿਆ ਅਤੇ ਅੱਜ ਫਿਰ ਉਹ ਸ਼ਰਾਬ ਪੀ ਕੇ ਆਏ। ਕੱਲ ਵਾਲੀ ਕਹਾਣੀ ਉਹਨਾਂ ਨੇ ਅੱਜ ਫਿਰ ਦੁਹਰਾਈ। ਮੈਂ ਹੁਣ ਨਹੀਂ ਸਹਿ ਸਕੀ। ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਅੰਦਰ ਸ਼ਰਾਬ ਰੂਪੀ ਜਾਨਵਰ ਬੈਠ ਚੁੱਕਿਆ ਸੀ। ਉਹਨਾਂ ਨੇ ਮੈਨੂੰ ਜ਼ੋਰ ਦੀ 2 ਚਪੇੜਾਂ ਮਾਰੀਆਂ। ਮੈਂ ਹੁਣ ਆਪਣੇ ਹੋਸ਼ ਵਿੱਚ ਨਹੀਂ ਸੀ। ਉਹ ਮੈਨੂੰ ਫਿਰ ਤੋਂ ਨੋਚਣ ਲੱਗੇ। ਮੈਂ ਸਵੇਰ ਦੀ 6 ਵਜੇ ਉੱਠੀ ਤਾਂ ਮੇਰੀ ਹਿੰਮਤ ਹੀ ਨਹੀਂ ਸੀ ਕਿ ਮੈਂ ਬਿਸਤਰੇ ਤੋਂ ਨੀਚੇ ਵੀ ਉਤਰ ਸਕਾਂ। ਪਰ ਸਭ ਦੇ ਉੱਠਣ ਦਾ ਸਮਾਂ ਹੋ ਚੁੱਕਿਆ ਸੀ। ਜਿਵੇਂ ਤਿਵੇਂ ਕਰਕੇ ਉੱਠ ਕੇ ਬਾਥਰੂਮ ਤੱਕ ਪਹੁੰਚੀ ਤੇ ਨਹਾ ਕੇ ਤਿਆਰ ਹੋ ਕੇ ਰੂਮ ਤੋਂ ਬਾਹਰ ਨਿਕਲ ਆਈ ਅਤੇ ਫਿਰ ਚਾਹ ਲੈ ਕੇ ਰੂਮ ਵਿੱਚ ਗਈ ਤਾਂ ਉਵੇਂ ਹੀ ਕੱਲ ਦੀ ਤਰ੍ਹਾਂ ਉਹਨਾਂ ਨੇ ਉਹੀ ਮਗਰਮੱਛ ਦੇ ਹੰਝੂ, ਉਹੀ ਵਾਅਦੇ। ਮੈਂ ਸੁਣਦੀ ਰਹੀ ਅਤੇ ਆਪਣੀ ਕਿਸਮਤ ਉੱਤੇ ਰੋਂਦੀ ਰਹੀ। ਹੁਣ ਇਹ ਕੰਮ ਰੋਜ਼ ਦਾ ਹੋ ਗਿਆ ਸੀ। ਰੋਜ਼ ਰਾਤ ਨੂੰ ਇਹ ਸ਼ਰਾਬ ਪੀ ਕੇ ਆਉਂਦੇ ਅਤੇ ਮੈਂ ਰੋਜ਼ ਰਾਤ ਨੂੰ ਲੁੱਟਦੀ ਰਹਿੰਦੀ। ਜੇ ਮੈਂ ਕਦੇ ਪੁੱਛਦੀ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਹੋ ਤਾਂ ਮੈਨੂੰ ਹੋਰ ਜ਼ਿਆਦਾ ਦਰਦ ਮਿਲਦਾ। ਇਸ ਤਰ੍ਹਾਂ ਹੀ ਦਰਦ ਸਹਿੰਦੇ ਸਹਿੰਦੇ
2 ਮਹੀਨੇ ਨਿਕਲ ਗਏ, ਪਰ ਮੇਰਾ ਦਰਦ ਘੱਟ ਨਹੀਂ ਹੋਇਆ ਸੀ। ਸੱਸ ਵੀ ਮੈਨੂੰ ਪੁੱਛਦੀ, ਬਹੂ ਖੁਸ਼ਖਬਰੀ ਕਦੋਂ ਸੁਣਾ ਰਹੀ ਹੈ? ਮੈਂ ਉਹਨਾਂ ਨੂੰ ਕੀ ਦੱਸਾਂ, ਕੋਈ ਸ਼ਬਦ ਹੀ ਨਹੀਂ ਸੀ ਮੇਰੇ ਕੋਲ। ਅੱਜ ਮੇਰੇ ਵਿਆਹ ਨੂੰ ਪੂਰੇ 5 ਸਾਲ ਹੋ ਚੁੱਕੇ ਸੀ। ਇਹਨਾਂ 5 ਸਾਲਾਂ ਵਿੱਚ ਮੈਨੂੰ ਆਪਣੇ ਪਤੀ ਦਾ ਪਿਆਰ ਇੱਕ ਦਿਨ ਵੀ ਨਸੀਬ ਨਹੀਂ ਹੋਇਆ ਸੀ। ਆਪਣੀ ਇੱਛਾ ਉਹ ਜ਼ਰੂਰ ਪੂਰੀ ਕਰ ਲੈਂਦੇ ਸੀ, ਉਹ ਵੀ ਮੇਰੀ ਇੱਛਾ ਦੇ ਬਿਨਾਂ, ਪਰ ਫਿਰ ਵੀ ਮਾਂ ਬਣਨਾ ਮੇਰੇ ਨਸੀਬ ਵਿੱਚ ਨਹੀਂ ਸੀ। ਮੈਂ ਆਪਣਾ ਦਰਦ ਵੀ ਕਿਸੇ ਨੂੰ ਨਹੀਂ ਦੱਸ ਸਕਦੀ ਸੀ, ਕਿਉਂਕਿ ਮਾਂ ਪਿਤਾ ਜੀ ਤਾਂ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਅਤੇ ਇੱਕ ਚਾਚਾ ਚਾਚੀ ਸੀ, ਤਾਂ ਉਹਨਾਂ ਨੇ ਮੈਨੂੰ ਪੈਸੇ ਦੇ ਲਾਲਚ ਵਿੱਚ ਇਹਨਾਂ ਕਸਾਈਆਂ ਦੇ ਕੋਲ ਵੇਚ ਦਿੱਤਾ ਸੀ। ਹੁਣ ਮੇਰਾ ਇੱਕ ਨਾਮ ਹੋਰ ਪੈ ਚੁੱਕਿਆ ਸੀ, ਬਾਂਝ। ਇੱਕ ਖੂਬਸੂਰਤ ਨਾਮ ਅੰਜਲੀ ਦੇ ਹੁੰਦੇ ਹੋਏ ਵੀ ਹੁਣ ਸਭ ਉਸ ਨਾਮ ਨੂੰ ਭੁੱਲ ਚੁੱਕੇ ਸੀ। ਚਾਹੇ ਮੇਰੀਆਂ ਜੇਠਾਨੀਆਂ ਹੋਣ ਜਾਂ ਸੱਸ, ਸਭ ਦੀ ਮੂੰਹ ਤੇ ਇੱਕ ਹੀ ਨਾਮ ਸੀ, ਬਾਂਝ। ਹੁਣ ਤਾਂ ਘਰੇ ਮੇਰੇ ਨਾਲ ਪਰਾਇਆਂ ਵਰਗਾ ਵਿਵਹਾਰ ਹੋਣ ਲੱਗਿਆ ਸੀ, ਜਿਵੇਂ ਮੈਂ ਕੋਈ ਅਛੂਤ ਹੋਵਾਂ। ਹੌਲੀ ਹੌਲੀ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਦੀ ਇੱਕ ਪ੍ਰੇਮਿਕਾ ਵੀ ਹੈ, ਵਿਆਹ ਤੋਂ ਪਹਿਲਾਂ ਦੀ। ਮੇਰਾ ਵਿਆਹ ਤੈਅ ਹੋਣ ਦੀ ਵਜ੍ਹਾ ਨਾਲ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਛੱਡ ਦਿੱਤਾ ਸੀ, ਤਾਂ ਵਿਜੇ ਉਸ ਦਾ ਗੁੱਸਾ ਮੇਰੇ ਉੱਤੇ ਕੱਢਦਾ ਸੀ। ਇਹ ਗੱਲ ਮੈਨੂੰ ਖੁਦ ਵਿਜੇ ਨੇ ਦੱਸੀ ਸੀ। ਜੇ ਮੈਂ ਕੁਝ ਕਹਿੰਦੀ ਜਾਂ ਵਿਰੋਧ ਕਰਦੀ ਤਾਂ ਉਸ ਦਿਨ ਮੇਰੀ ਹਾਲਤ ਉੱਠਣ ਵਾਲੀ ਨਹੀਂ ਰਹਿੰਦੀ ਸੀ। ਇਸ ਤਰ੍ਹਾਂ ਹੀ ਦਿਨ ਲੰਘਦੇ ਗਏ। ਮੈਂ ਸੋਚਿਆ ਕਿ ਕਿਉਂ ਨਾ ਮੈਂ ਡਾਕਟਰ ਤੋਂ ਆਪਣਾ ਚੈੱਕਅਪ ਕਰਵਾ ਲਵਾਂ ਤੇ ਆਪਣੇ ਮੱਥੇ ਉੱਤੋਂ ਇਹ ਬਾਂਝ ਹੋਣ ਦਾ ਕਲੰਕ ਹਟਾ ਦੇਵਾਂ। ਇਸ ਲਈ ਮੈਂ ਇੱਕ ਦਿਨ ਇੱਕ ਲੇਡੀ ਡਾਕਟਰ ਨੂੰ ਮਿਲੀ ਅਤੇ ਉਸਨੇ ਮੇਰਾ ਚੈੱਕਅਪ ਕਰਨ ਦੇ ਬਾਅਦ ਕਿਹਾ ਕਿ ਅੰਜਲੀ, ਤੇਰੇ ਵਿੱਚ ਕੋਈ ਕਮੀ ਨਹੀਂ, ਇੱਕ ਵਾਰ ਆਪਣੇ ਪਤੀ ਦਾ ਚੈੱਕਅਪ ਕਰਵਾ ਲਾ। ਜਦੋਂ ਮੈਂ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਮੇਰੀ ਫਿਰ ਤੋਂ ਸ਼ਾਮਤ ਆ ਗਈ। ਉਸ ਦਿਨ ਮੈਂ ਪਹਿਲੀ ਵਾਰ ਅਸਲੀ ਦਰਦ ਕੀ ਹੁੰਦਾ ਇਹ ਜਾਣਿਆ ਸੀ। ਉਹਨਾਂ ਨੇ ਮੈਨੂੰ ਆਪਣੀ ਬੈਲਟਾਂ ਨਾਲ ਮਾਰ-ਮਾਰ ਕੇ ਮੇਰੇ ਜ਼ਖਮ ਬਣਾ ਦਿੱਤੇ। ਮੈਂ ਚੀਖਦੀ ਰਹੀ, ਚਿল্ਲਾਉਂਦੀ ਰਹੀ, ਪਰ ਕੋਈ ਵੀ ਮੈਨੂੰ ਬਚਾਉਣ ਦੇ ਲਈ ਨਹੀਂ ਆਇਆ। ਇੰਨਾ ਨਾ ਸਹਿਣ ਵਾਲਾ ਦਰਦ ਹੋ ਰਿਹਾ ਸੀ ਕਿ ਮੇਰੀਆਂ ਅੱਖਾਂ ਵਿੱਚੋਂ ਹੰਝੂ ਖੁਦ ਬਾਹਰ ਆ ਰਹੇ ਸੀ। ਮੈਂ ਉੱਥੇ ਹੀ ਠੰਡੀ ਫਰਸ਼ ਤੇ ਸੌਂ ਗਈ। ਸਵੇਰੇ ਮੇਰੀ ਅੱਖ ਸੱਸ ਦੇ ਤਾਨਿਆਂ ਨਾਲ ਖੁੱਲੀ ਤੇ ਮਹਾਰਾਣੀ ਸੁੱਤੀ ਹੀ ਰਹੇਗੀ ਜਾਂ ਕੋਈ ਕੰਮ ਵੀ ਕਰੇਗੀ, ਕਿੱਥੋਂ ਮੇਰੇ ਬੇਟੇ ਦੇ ਕਰਮਾਂ ਵਿੱਚ ਧਰੀ ਪਈ ਹੈ। ਮੈਂ ਹਿੰਮਤ ਕਰਕੇ ਉੱਠੀ ਤੇ ਘਰ ਦੇ ਕੰਮਾਂ ਵਿੱਚ ਲੱਗ ਗਈ, ਪਰ ਕਿਸੇ ਨੇ ਵੀ ਮੈਨੂੰ ਰਾਤ ਦੇ ਬਾਰੇ ਨਹੀਂ ਪੁੱਛਿਆ ਸੀ। ਇੱਕ ਵਾਰ ਮੇਰੀ ਵੱਡੀ ਜਠਾਣੀ ਦੀ ਮਾਂ ਸਾਡੇ ਘਰ ਆਈ ਤਾਂ ਉਹਨਾਂ ਨੇ ਵੀ ਮੇਰੀ ਸੱਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਨੀਲਮ, ਤੂੰ ਆਪਣੇ ਬੇਟੇ ਦਾ ਦੂਜਾ ਵਿਆਹ ਕਰਵਾ ਦੇ, ਉਸ ਦੇ ਵੀ ਬੱਚੇ ਹੋ ਜਾਣ। ਤੂੰ ਕਿੱਥੋਂ ਇਹ ਬਾਂਝ ਨੂੰ ਪਾਲ ਰਹੀ ਹੈ? ਮੇਰੀ ਸੱਸ ਵੀ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਮੇਰੇ ਪਤੀ ਦੇ ਲਈ ਕੁੜੀ ਲੱਭਣ ਵਿੱਚ ਲੱਗ ਗਈ। ਮੈਂ ਵੀ ਸਭ ਸਮਝ ਲਿਆ ਸੀ ਕਿ ਜਦੋਂ ਮੇਰੇ ਜੀਵਨ ਦੇ ਵਿੱਚ ਕੁਝ ਬਚਿਆ ਹੀ ਨਹੀਂ ਤਾਂ ਮੈਂ ਕਿਉਂ ਇਹ ਦਰਦ ਸਹਿਣ ਕਰਾਂ। ਮੈਂ ਫੈਸਲਾ ਕੀਤਾ ਕਿ ਮੈਨੂੰ ਤਲਾਕ ਲੈ ਲੈਣਾ ਚਾਹੀਦਾ ਹੈ। ਮੈਂ ਡਰ ਨੂੰ ਪਿੱਛੇ ਛੱਡ ਕੇ ਆਪਣੇ ਤਲਾਕ ਦਾ ਫੈਸਲਾ ਕਰ ਲਿਆ। ਇਤਫਾਕ ਦੇ ਨਾਲ ਉਸ ਰਾਤ ਫਿਰ ਤੋਂ ਮੇਰਾ ਪਤੀ ਸ਼ਰਾਬ ਪੀ ਕੇ ਆਇਆ ਤਾਂ ਮੈਂ ਬਿਸਤਰੇ ਤੇ ਪਈ ਸੀ ਤੇ ਆਉਂਦੇ ਹੀ ਉਹਨਾਂ ਨੇ ਮੇਰੀ ਕਮਰ ਤੇ ਲੱਤ ਮਾਰ ਕੇ ਮੈਨੂੰ ਹੇਠਾਂ ਸੁੱਟ ਦਿੱਤਾ ਅਤੇ ਗਾਲ ਦਿੰਦੇ ਹੋਏ ਬੋਲੇ, ਮੈਂ ਆਇਆ ਹਾਂ ਤੇ ਤੂੰ ਸੁੱਤੀ ਪਈ ਹੈ, ਜਾ ਕੇ ਖਾਣਾ ਲੈ ਕੇ ਆ, ਮੈਨੂੰ ਭੁੱਖ ਲੱਗੀ ਆ। ਮੈਂ ਰਸੋਈ ਘਰ ਵਿੱਚ ਗਈ ਤੇ ਖਾਣਾ ਗਰਮ ਕਰਕੇ ਲੈ ਆਈ। ਖਾਣਾ ਤਾਂ ਅੱਜ ਮੈਂ ਵੀ ਨਹੀਂ ਖਾਧਾ ਸੀ, ਤਾਂ 2 ਥਾਲੀਆਂ ਵਿੱਚ ਖਾਣਾ ਲਿਆ ਤੇ ਮੈਂ ਬਿਸਤਰੇ ਤੇ ਰੱਖ ਕੇ ਬੈਠ ਗਈ। ਮੈਂ ਖਾਣਾ ਖਾਣ ਹੀ ਲੱਗੀ ਸੀ ਤਾਂ ਉਸਨੇ ਆਪਣੇ ਖਾਣੇ ਵਾਲੀ ਥਾਲੀ ਚੁੱਕ ਕੇ ਬੈੱਡ ਤੋਂ ਹੇਠਾਂ ਸੁੱਟ ਦਿੱਤੀ ਤੇ ਕਿਹਾ, ਤੂੰ ਬਾਂਝ, ਤੈਨੂੰ ਖਾਣਾ ਬਣਾਉਣਾ ਨਹੀਂ ਆਉਂਦਾ। ਮੈਂ ਫਟਾਫਟ ਪਾਸੇ ਹੋ ਕੇ ਖੁਦ ਤੇ ਗਰਮ ਖਾਣਾ ਡਿੱਗਣ ਤੋਂ ਬਚਾ ਲਿਆ ਤੇ ਹਿੰਮਤ ਕਰਕੇ ਕਿਹਾ, ਮੈਂ ਬਾਂਝ ਨਹੀਂ ਹਾਂ। ਸ਼ਰਾਬ ਪੀ ਕੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਕਰ ਲਿਆ ਹੈ ਤੇ ਦੋਸ਼ ਮੈਨੂੰ ਦੇ ਰਹੇ ਹੋ ਕਿ ਮੈਂ ਬਾਂਝ ਹਾਂ। ਉਹ ਉੱਠੇ ਤੇ ਮੇਰੇ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਮੈਂ ਉਹਨਾਂ ਦਾ ਹੱਥ ਫੜ ਲਿਆ ਤੇ ਉਸ ਨੂੰ ਧੱਕਾ ਦੇ ਕੇ ਫਰਸ਼ ਤੇ ਸੁੱਟ ਦਿੱਤਾ। ਉਹ ਸ਼ਰਾਬ ਦੀ ਨਸ਼ੇ ਵਿੱਚ ਫਰਸ਼ ਤੋਂ ਉੱਠੇ ਤੇ ਰੌਲਾ ਪਾਉਂਦੇ ਹੋਏ ਕਹਿਣ ਲੱਗੇ, ਅੱਜ ਮੈਂ ਤੈਨੂੰ ਘਰੋਂ ਕੱਢ ਦੇਵਾਂਗਾ। ਮੈਂ ਵੀ ਪਲਟ ਕੇ ਜਵਾਬ ਦਿੱਤਾ, ਤੇਰੇ ਵਰਗੇ ਜਾਨਵਰ ਦੇ ਨਾਲ ਰਹੇਗਾ ਵੀ ਕੌਣ? ਬਸ ਫਿਰ ਕੀ ਸੀ। ਉਹਨਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਸਾਹਮਣੇ ਸਭ ਤਮਾਸ਼ਾ ਦੇਖਣ ਵਾਲੇ ਖੜੇ ਸੀ। ਮੈਂ ਵੀ ਗੁੱਸੇ ਵਿੱਚ ਸੀ। ਅੱਜ ਪਤਾ ਨਹੀਂ ਕਿੱਥੋਂ ਇੰਨੀ ਹਿੰਮਤ ਆ ਗਈ ਸੀ। ਅੱਜ ਸਾਰਾ ਗੁੱਸਾ ਹੀ ਕੱਢ ਦੇਣਾ ਚਾਹੁੰਦੀ ਸੀ। ਮੈਂ ਦੇਖਿਆ ਕਿ ਕਮਰੇ ਦੇ ਬਾਹਰ ਮੇਰੀ ਸੱਸ, ਮੇਰੀ ਦੋਨੋਂ ਜਠਾਣੀਆਂ ਅਤੇ ਜੇਠ ਖੜੇ ਸੀ। ਮੈਂ ਉਹਨਾਂ ਨੂੰ ਦੇਖਦੇ ਹੀ ਕਿਹਾ, ਆ ਗਏ ਤਮਾਸ਼ਾ ਦੇਖਣ ਦੇ ਲਈ, ਸ਼ਰਮ ਨਹੀਂ ਆਉਂਦੀ?
ਆਪਣੇ ਨਪੁੰਸਕ ਬੇਟੇ ਦੀ ਕਮੀ ਨੂੰ ਛੁਪਾਉਣ ਦੇ ਲਈ ਮੇਰੇ ਉੱਤੇ ਦੋਸ਼ ਲਾ ਰਹੇ ਤੇ ਹੁਣ ਕਿਸੇ ਹੋਰ ਮਾਸੂਮ ਲੜਕੀ ਦੀ ਬਲੀ ਦੇਣ ਦੀ ਸੋਚ ਰਹੇ ਹੋ। ਆਪਣੇ ਬੇਟੇ ਦਾ ਦੂਜਾ ਵਿਆਹ ਕਰਾਉਣ ਤੋਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਇਲਾਜ ਕਰਵਾਓ, ਫਿਰ ਜਾ ਕੇ ਕਿਸੇ ਮਾਸੂਮ ਲੜਕੀ ਨੂੰ ਫਸਾਉਣਾ। ਇੰਨਾ ਸੁਣਦੇ ਹੀ ਮੇਰੀ ਸੱਸ ਨੇ ਕਿਹਾ, ਵਿਜੇ ਦੇਖ ਕੀ ਕਹਿ ਰਹੀ ਆ, ਕੱਢ ਇਸ ਨੂੰ ਹੁਣੇ ਹੀ ਘਰੋਂ। ਮੈਂ ਵੀ ਕਹਿ ਦਿੱਤਾ, ਮੈਂ ਵੀ ਨਹੀਂ ਰਹਿਣਾ ਇਸ ਘਰ ਵਿੱਚ, ਮੈਂ ਖੁਦ ਹੀ ਚਲੀ ਜਾਂਦੀ ਹਾਂ। ਮੈਂ ਰਾਤ ਦੇ 11 ਵਜੇ ਹੀ ਘਰੋਂ ਨਿਕਲ ਗਈ। ਨਾ ਕੋਈ ਬੈਗ, ਨਾ ਕੋਈ ਸਮਾਨ, ਖਾਲੀ ਹੱਥ ਅਤੇ ਖਾਲੀ ਜੇਬ। ਪਤਾ ਨਹੀਂ ਕਿੱਥੇ ਜਾਣਾ ਅਤੇ ਕੀ ਕਰਨਾ। ਬਸ ਮੈਨੂੰ ਹੁਣ ਉਸ ਜੇਲ੍ਹ ਵਿੱਚੋਂ ਆਜ਼ਾਦੀ ਚਾਹੀਦੀ ਸੀ। ਮੈਨੂੰ ਕੋਈ ਹੋਸ਼ ਨਹੀਂ ਸੀ। ਮੈਂ ਬਸ ਤੁਰਦੀ ਜਾ ਰਹੀ ਸੀ। ਕਿੱਥੇ ਜਾਣਾ, ਕੀ ਕਰਨਾ, ਕੁਝ ਨਹੀਂ ਪਤਾ ਸੀ। ਮੈਂ ਤਾਂ ਅੱਜ ਖਾਣਾ ਵੀ ਨਹੀਂ ਖਾਧਾ ਸੀ। ਭੁੱਖ ਦੇ ਮਾਰੇ ਚੱਕਰ ਵੀ ਆ ਰਹੇ ਸੀ। ਥੋੜੀ ਦੇਰ ਬਾਅਦ ਇੱਕ ਕਾਰ ਮੇਰੇ ਸਾਹਮਣੇ ਆ ਕੇ ਰੁਕ ਗਈ। ਓਏ ਲੜਕੀ, ਮਰਨਾ ਹੈ ਕਿ ਇਸ ਤਰ੍ਹਾਂ ਸੜਕ ਦੇ ਵਿੱਚ ਚੱਲ ਰਹੀ ਹੈ? ਕਾਰ ਦਾ ਡਰਾਈਵਰ ਚੀਖ ਕੇ ਬੋਲਿਆ। ਮੈਂ ਜਦੋਂ ਸਾਹਮਣੇ ਰੁਕੀ ਕਾਰ ਨੂੰ ਦੇਖਿਆ ਤਾਂ ਕਾਰ ਦੀ ਰੋਸ਼ਨੀ ਜਿਵੇਂ ਹੀ ਮੇਰੀਆਂ ਅੱਖਾਂ ਵਿੱਚ ਪਈ, ਮੈਂ ਉੱਥੇ ਹੀ ਡਿੱਗ ਪਈ ਤੇ ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਤਾਂ ਖੁਦ ਨੂੰ ਇੱਕ ਘਰ ਦੇ ਰੂਮ ਵਿੱਚ ਬਿਸਤਰੇ ਤੇ ਪਾਇਆ। ਅੱਖ ਖੁੱਲੀ ਤਾਂ ਮੇਰੇ ਸਾਹਮਣੇ ਇੱਕ 50 ਸਾਲ ਦੀ ਖੂਬਸੂਰਤ ਔਰਤ ਬੈਠੀ ਸੀ, ਜਿਸ ਦਾ ਨਾਮ ਰਾਗਨੀ ਦੇਵੀ ਸੀ। ਉੱਠ ਗਈ ਬੇਟੀ। ਉਸ ਔਰਤ ਦੇ ਮੂੰਹੋਂ ਬੇਟੀ ਸ਼ਬਦ ਸੁਣ ਕੇ ਪਤਾ ਨਹੀਂ ਕੀ ਹੋਇਆ ਕਿ ਮੇਰੇ ਹੰਝੂ ਨਿਕਲ ਗਏ ਤੇ ਮੈਂ ਰੋਣ ਲੱਗੀ। ਉਸਨੇ ਕਿਹਾ, ਰੋਂਦੀ ਕਿਉਂ ਆ? ਚੰਗਾ ਦੱਸ, ਤੂੰ ਰਹਿੰਦੀ ਕਿੱਥੇ ਆ? ਤੇਰਾ ਘਰ ਕਿੱਥੇ ਆ? ਤੂੰ ਇੰਨੀ ਰਾਤ ਨੂੰ ਵਿੱਚ ਸੜਕ ਤੇ ਕੀ ਕਰ ਰਹੀ ਹੈ? ਮੈਂ ਬਸ ਹੈਰਾਨੀ ਨਾਲ ਉਸ ਰੂਮ ਨੂੰ ਅਤੇ ਉਸ ਔਰਤ ਨੂੰ ਦੇਖੀ ਜਾ ਰਹੀ ਸੀ। ਮੇਰੀ ਨਿਗਾਹ ਘੜੀ ਤੇ ਗਈ ਤਾਂ ਜਿਸ ਤੇ ਰਾਤ ਦੇ 2 ਵੱਜ ਰਹੇ ਸੀ। ਮਤਲਬ ਕਿ ਮੈਂ ਇੱਥੇ 3 ਘੰਟਿਆਂ ਤੋਂ ਬੇਹੋਸ਼ ਪਈ ਸੀ। ਜਦੋਂ ਉਸਨੇ ਦੇਖਿਆ ਕਿ ਮੈਂ ਕੁਝ ਬੋਲ ਨਹੀਂ ਰਹੀ ਤਾਂ ਉਹ ਖੁਦ ਹੀ ਬੋਲੀ, ਮੈਂ ਵੀ ਨਾ ਕਿਹੋ ਜਿਹੀ ਪਾਗਲ ਔਰਤ ਆ। ਪਹਿਲਾਂ ਇਹ ਦੱਸ, ਤੂੰ ਕੁਝ ਖਾਵੇਂਗੀ? ਮੈਨੂੰ ਭੁੱਖ ਜ਼ੋਰਾਂ ਨਾਲ ਲੱਗੀ ਹੋਈ ਸੀ ਤਾਂ ਮੈਂ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਬਾਹਰ ਨਿਕਲੀ ਅਤੇ 5 ਮਿੰਟ ਬਾਅਦ ਫਿਰ ਰੂਮ ਦੇ ਅੰਦਰ ਆ ਗਈ। ਉਸ ਦੇ ਹੱਥ ਵਿੱਚ ਇੱਕ ਪਲੇਟ ਵਿੱਚ ਕੁਝ ਨਮਕੀਨ ਅਤੇ ਬਿਸਕੁਟ ਸੀ। ਅੰਦਰ ਆਉਂਦੇ ਹੀ ਬੋਲੀ, ਇੰਨੀ ਰਾਤ ਹੋ ਗਈ, ਖਾਣਾ ਤਾਂ ਕੁਝ ਬਚਿਆ ਹੀ ਨਹੀਂ, ਇਹੀ ਖਾ ਲਾ। ਮੈਂ ਜਲਦੀ ਨਾਲ ਉਹ ਭਰੀ ਪਲੇਟ ਖਤਮ ਕਰ ਦਿੱਤੀ। ਜਦੋਂ ਖਾਣਾ ਖਤਮ ਕਰਕੇ ਮੈਂ ਉੱਪਰ ਦੇਖਿਆ ਤਾਂ ਉਹ ਔਰਤ ਮੈਨੂੰ ਹੀ ਦੇਖੀ ਜਾ ਰਹੀ ਸੀ ਅਤੇ ਮੁਸਕਰਾ ਰਹੀ ਸੀ। ਮੈਂ ਵੀ ਸ਼ਰਮਿੰਦਗੀ ਦੇ ਨਾਲ ਕਿਹਾ, ਉਹ ਆਂਟੀ ਜੀ, ਅੱਜ ਮੈਂ ਕੁਝ ਖਾਧਾ ਨਹੀਂ ਸੀ ਤਾਂ ਭੁੱਖ ਜ਼ਿਆਦਾ ਹੀ ਲੱਗੀ ਸੀ। ਉਸ ਔਰਤ ਨੇ ਕਿਹਾ, ਹੋਰ ਖਾਣਾ? ਤਾਂ ਮੈਂ ਕਿਹਾ, ਨਹੀਂ ਆਂਟੀ ਜੀ। ਤਾਂ ਚੰਗਾ, ਹੁਣ ਦੱਸ ਤੂੰ ਕਿੱਥੋਂ ਆਈ ਆ ਤੇ ਤੇਰਾ ਪਤੀ ਕਿੱਥੇ ਆ? ਉਸ ਔਰਤ ਨੇ ਸਵਾਲ ਕੀਤਾ। ਆਂਟੀ ਜੀ, ਮੇਰਾ ਕੋਈ ਨਹੀਂ ਇਸ ਦੁਨੀਆ ਵਿੱਚ। ਇਹ ਕਹਿ ਕੇ ਮੈਂ ਚੁੱਪ ਹੋ ਗਈ। ਚੰਗਾ, ਆਰਾਮ ਕਰ, ਕੱਲ ਗੱਲ ਕਰਾਂਗੇ। ਉਹ ਕਹਿੰਦੇ ਹੋਏ ਔਰਤ ਰੂਮ ਚੋਂ ਬਾਹਰ ਨਿਕਲ ਗਈ। ਮੇਰੀਆਂ ਅੱਖਾਂ ਵਿੱਚ ਨੀਂਦ ਕਿੱਥੇ ਸੀ? ਮੇਰੇ ਨਾਲ ਜੋ ਕੱਲ ਹੋਇਆ ਅਤੇ ਜੋ ਅੱਗੇ ਹੋਣਾ, ਉਸ ਦੇ ਬਾਰੇ ਸੋਚ ਰਹੀ ਸੀ। ਸੋਚਦੇ ਸੋਚਦੇ 5 ਵੱਜ ਗਏ। ਮੇਰੀਆਂ ਅੱਖਾਂ ਵਿੱਚ ਨੀਂਦ ਭਰ ਗਈ ਅਤੇ ਮੈਂ ਸੌਂ ਗਈ। ਮੈਨੂੰ ਕਿਸੇ ਨੇ ਡਿਸਟਰਬ ਨਹੀਂ ਕੀਤਾ। ਦੁਪਹਿਰ ਦੇ 12 ਵਜੇ ਉੱਠੀ। ਪਿਛਲੇ 8 ਸਾਲਾਂ ਤੋਂ ਪਹਿਲੀ ਵਾਰ ਹੋਇਆ ਸੀ ਕਿ ਮੈਂ 12 ਵਜੇ ਤੱਕ ਸੁੱਤੀ। ਜਲਦੀ ਨਾਲ ਮੂੰਹ ਹੱਥ ਧੋਤਾ ਤੇ ਬਾਹਰ ਆਈ ਤਾਂ ਮੇਰੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ। ਉਹ ਕੋਈ ਛੋਟਾ ਮੋਟਾ ਘਰ ਨਹੀਂ ਸੀ, ਉਹ ਤਾਂ ਕੋਈ ਆਲੀਸ਼ਾਨ ਮਹਿਲ ਲੱਗ ਰਿਹਾ ਸੀ। ਐਡਾ ਵੱਡਾ ਘਰ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਸੀ। ਸਾਹਮਣੇ ਸੋਫੇ ਉੱਤੇ ਉਹੀ ਔਰਤ ਬੈਠੀ ਸੀ। ਉਸ ਦੇ ਨਾਲ ਇੱਕ 3 ਸਾਲ ਦੀ ਬੱਚੀ ਸੀ। ਉਸ ਔਰਤ ਦੀ ਨਿਗਾਹ ਮੇਰੇ ਤੇ ਪਈ ਤਾਂ ਉਸਨੇ ਮੈਨੂੰ ਬੁਲਾਇਆ, ਇੱਧਰ ਆ ਬੇਟੀ। ਪਤਾ ਨਹੀਂ ਮੈਨੂੰ ਉਹਨਾਂ ਦੇ ਮੂੰਹ ਵਿੱਚੋਂ ਬੇਟੀ ਸੁਣਨਾ ਚੰਗਾ ਲੱਗਾ। ਇਹ ਸ਼ਬਦ ਤਾਂ ਜਿਵੇਂ ਮੈਂ ਭੁੱਲ ਹੀ ਚੁੱਕੀ ਸੀ। ਇਸ ਘਰ ਵਿੱਚ ਆਉਣ ਤੋਂ ਬਾਅਦ ਮੈਨੂੰ 3 ਕਾਰਨ ਮਿਲੇ ਜਿਸ ਨਾਲ ਮੈਨੂੰ ਇਸ ਘਰ ਵਿੱਚ ਰਹਿਣ ਦੇ ਲਈ ਲਾਲਚੀ ਬਣਨ ਨਾ ਦਿੱਤਾ। ਇੱਕ ਤਾਂ ਮੈਂ ਦੇਰ ਤੱਕ ਸੁੱਤੀ ਰਹੀ ਤੇ ਮੈਨੂੰ ਕਿਸੇ ਨੇ ਡਿਸਟਰਬ ਨਹੀਂ ਕੀਤਾ। ਦੂਜਾ, ਇਹ ਘਰ ਨਹੀਂ ਮਹਿਲ ਸੀ। ਅਤੇ ਤੀਜਾ, ਇਸ ਔਰਤ ਦਾ ਪਿਆਰ ਨਾਲ ਮੈਨੂੰ ਬੇਟੀ ਬਣਾਉਣਾ। ਮੈਂ ਉਸ ਦੇ ਕੋਲ ਜਾ ਕੇ ਬੈਠੀ ਤਾਂ ਉਸਨੇ ਸਭ ਤੋਂ ਪਹਿਲਾਂ ਕਿਚਨ ਦੇ ਵੱਲ ਆਵਾਜ਼ ਲਗਾਈ, ਡਿੰਪਲ, ਚਾਹ ਲੈ ਕੇ ਆ। ਦਾਦੀ, ਇਹ ਆਂਟੀ ਕੌਣ? ਉਸ ਬੱਚੀ ਨੇ ਉਸ ਔਰਤ ਨੂੰ ਪੁੱਛਿਆ। ਬੇਟਾ, ਆਂਟੀ ਇਸ ਘਰ ਦੀ ਮਹਿਮਾਨ ਆ। ਚਾਹ ਪੀਣ ਤੋਂ ਬਾਅਦ ਮੈਂ ਕਿਹਾ, ਚੰਗਾ ਆਂਟੀ ਜੀ, ਮੈਂ ਚਲਦੀ ਹਾਂ, ਮੈਨੂੰ ਕੰਮ ਦੀ ਤਲਾਸ਼ ਵੀ ਕਰਨੀ ਹੈ। ਔਰਤ ਨੇ ਮੈਨੂੰ ਇੱਕ ਪਲ ਦੇਖਿਆ ਤੇ ਪੁੱਛਿਆ ਕਿ ਤੂੰ ਘਰੋਂ ਭੱਜ ਕੇ ਆਈ ਹੈ? ਮੈਂ ਕਿਹਾ, ਨਹੀਂ ਆਂਟੀ, ਤੁਸੀਂ ਅਜਿਹਾ ਕਿਉਂ ਬੋਲ ਰਹੇ ਹੋ? ਉਸਨੇ ਮੇਰੇ ਸਰੀਰ ਉੱਤੇ ਬੈਲਟ ਦੇ ਨਿਸ਼ਾਨ ਦੇਖੇ
ਅਤੇ ਪੁੱਛਿਆ, ਫਿਰ ਜ਼ਖਮਾਂ ਦੇ ਨਿਸ਼ਾਨ ਕਿਉਂ ਪਏ ਹਨ? ਮੈਂ ਉਸ ਦੀ ਗੱਲ ਨੂੰ ਵਿੱਚੋਂ ਹੀ ਕੱਢਦੇ ਹੋਏ ਪੁੱਛਿਆ ਕਿ ਇਸ ਬੱਚੀ ਦੀ ਮਾਂ ਕਿੱਥੇ ਆ? ਤਾਂ ਉਸ ਔਰਤ ਨੇ ਕਿਹਾ ਕਿ ਇਸ ਬੱਚੀ ਦੀ ਮਾਂ ਨੂੰ 2 ਸਾਲ ਹੋ ਗਏ ਹਨ ਗੁਜ਼ਰੇ ਹੋਏ। ਜਦੋਂ ਡੋਲੀ 1 ਸਾਲ ਦੀ ਸੀ ਤਾਂ ਇਸ ਦੀ ਮਾਂ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਉਦੋਂ ਤੋਂ ਡੋਲੀ ਨੂੰ ਮੈਂ ਪਾਲਿਆ। ਕਹਿੰਦੇ ਹੋਏ ਉਸਨੇ ਫਿਰ ਉਹੀ ਪ੍ਰਸ਼ਨ ਦੁਹਰਾਇਆ। ਮੈਂ ਉਹਨਾਂ ਦੇ ਵੱਲ ਦੇਖਦੇ ਹੋਏ ਇੱਕਦਮ ਉਹਨਾਂ ਦੇ ਪੈਰਾਂ ਵਿੱਚ ਬੈਠ ਕੇ ਰੋਣ ਲੱਗੀ। ਦੱਸੋ ਬੇਟੀ, ਕੀ ਹੋਇਆ? ਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ। ਤਾਂ ਮੇਰੇ ਸਬਰ ਦਾ ਬੰਨ ਟੁੱਟ ਗਿਆ, ਕਿਉਂਕਿ ਮੇਰਾ ਦੁੱਖ ਵੰਡਾਉਣ ਵਾਲਾ ਅੱਜ ਤੱਕ ਕੋਈ ਨਹੀਂ ਸੀ। ਮੈਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੇ ਜੀਵਨ ਦੀ ਪੂਰੀ ਕਿਤਾਬ ਉਹਨਾਂ ਦੇ ਸਾਹਮਣੇ ਖੋਲ੍ਹ ਦਿੱਤੀ। ਮੇਰੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਤਾਂ ਆਂਟੀ ਨੂੰ ਯਕੀਨ ਹੀ ਨਹੀਂ ਆਇਆ ਕਿ ਕੋਈ ਇੰਨਾ ਜ਼ਾਲਮ ਵੀ ਕਿਵੇਂ ਹੋ ਸਕਦਾ। ਮੇਰੀ ਗੱਲ ਖਤਮ ਹੁੰਦੇ ਹੀ ਮੈਂ ਕਿਹਾ, ਹੁਣ ਮੈਨੂੰ ਜਾਣਾ ਚਾਹੀਦਾ ਆਂਟੀ ਜੀ। ਉਸ ਔਰਤ ਨੇ ਮੈਨੂੰ ਪਿਆਰ ਨਾਲ ਬਿਠਾਇਆ ਅਤੇ ਕਿਹਾ, ਦੇਖੋ ਬੇਟੀ, ਕਿ ਤੂੰ ਡੋਲੀ ਦੀ ਦੇਖਭਾਲ ਕਰ ਸਕਦੀ ਹੈ। ਰੱਬ ਵੀ ਕਿਹੋ ਜਿਹੇ ਜ਼ੁਲਮ ਕਰਦਾ। ਇਸ ਮਾਸੂਮ ਨੂੰ ਮਾਂ ਦਾ ਪਿਆਰ ਹੀ ਨਸੀਬ ਨਹੀਂ ਹੋਇਆ। ਮੈਂ ਵੀ ਤੁਰੰਤ ਆਪਣਾ ਸਿਰ ਹਾਂ ਵਿੱਚ ਹਿਲਾ ਦਿੱਤਾ, ਕਿਉਂਕਿ ਮੇਰੇ ਅੰਦਰ ਤਾਂ ਵੈਸੇ ਵੀ ਲਾਲਚ ਆ ਹੀ ਗਿਆ ਸੀ ਇਸ ਘਰ ਵਿੱਚ ਰਹਿਣ ਦਾ। ਠੀਕ ਹੈ ਆਂਟੀ ਜੀ, ਮੈਂ ਅੱਜ ਤੋਂ ਡੋਲੀ ਦਾ ਪੂਰਾ ਧਿਆਨ ਰੱਖਾਂਗੀ। ਮੈਂ ਡੋਲੀ ਨੂੰ ਚੁੱਕਿਆ ਤੇ ਉਸ ਦੇ ਖਾਣੇ ਪੀਣੇ ਦਾ ਸਾਰਾ ਧਿਆਨ ਰੱਖਣ ਲੱਗੀ। ਰਾਤ ਨੂੰ ਉਸ ਨੂੰ ਸੁਲਾ ਦਿੱਤਾ ਤੇ ਅਗਲੀ ਸਵੇਰ ਮੈਂ 6 ਵਜੇ ਉੱਠੀ। ਨਹਾ ਧੋ ਕੇ ਕਮਰੇ ਵਿੱਚੋਂ ਬਾਹਰ ਆਈ ਤਾਂ ਸਾਰਾ ਘਰ ਖਾਲੀ ਸੀ। ਮੈਂ ਰਸੋਈ ਵਿੱਚ ਗਈ ਤੇ ਸਮਾਨ ਲੱਭਣ ਲੱਗੀ। ਮੈਂ ਆਪਣੇ ਲਈ ਚਾਹ ਬਣਾ ਰਹੀ ਸੀ। ਬਾਹਰੋਂ ਆਵਾਜ਼ ਆਈ, ਡਿੰਪਲ ਕਾਕੀ, ਮੇਰੇ ਲਈ ਚਾਹ ਬਣਾ ਦੇ, ਬਹੁਤ ਥੱਕ ਗਿਆ ਹਾਂ। ਤਾਂ ਮੈਂ ਮੁੜ ਕੇ ਬਾਹਰ ਦੇਖਿਆ। 30-32 ਸਾਲ ਦਾ ਲੰਬਾ ਚੌੜਾ ਆਦਮੀ, ਕਾਲੇ ਰੰਗ ਦੀ ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਾਈ, ਸੋਫੇ ਦੇ ਕੋਲ ਖੜਾ ਸੀ। ਮੈਂ ਜੋ ਚਾਹ ਬਣਾਈ ਸੀ ਜਾ ਕੇ ਉਸ ਨੂੰ ਫੜਾ ਦਿੱਤੀ। ਉਹ ਆਦਮੀ ਮੈਨੂੰ ਇੱਕਦਮ ਘੂਰੀ ਜਾ ਰਿਹਾ ਸੀ। ਤੂੰ ਕੌਣ ਤੇ ਡਿੰਪਲ ਕਾਕੀ ਕਿੱਥੇ ਆ? ਮੈਂ ਡਰ ਗਈ। ਇੱਕ ਤਾਂ ਇੰਨੀ ਸਵੇਰੇ ਸਵੇਰ ਉਹ ਇਸ ਘਰ ਦੇ ਅੰਦਰ ਆਇਆ ਅਤੇ ਫਿਰ ਉਸ ਦਾ ਇਹ ਸਵਾਲ। ਮੈਂ ਹਿੰਮਤ ਦੇ ਨਾਲ ਕਿਹਾ, ਮੈਂ ਡੋਲੀ ਦੀ ਦੇਖਭਾਲ ਕਰਨ ਦੇ ਲਈ ਇੱਥੇ ਆਈ ਹਾਂ। ਪਰ ਤੁਸੀਂ ਕੌਣ? ਮੇਰੇ ਹੀ ਘਰ ਵਿੱਚ ਖੜੀ ਹੋ ਕੇ ਮੈਨੂੰ ਹੀ ਸਵਾਲ। ਇੰਨੀ ਹਿੰਮਤ ਹੋ ਗਈ ਤੇਰੀ? ਮੈਂ ਡੋਲੀ ਦਾ ਪਾਪਾ ਹਾਂ। ਮੈਂ ਹੈਰਾਨੀ ਨਾਲ ਕਿਹਾ ਕਿ ਮੈਨੂੰ ਕੀ ਪਤਾ ਸੀ ਤੁਸੀਂ ਡੋਲੀ ਦੇ ਪਾਪਾ ਹੋ। ਮੈਂ ਤਾਂ ਇੱਥੇ ਕੱਲ ਹੀ ਆਈ ਹਾਂ। ਇੰਨੀ ਸਵੇਰ ਸਵੇਰ ਕੋਈ ਇਸ ਤਰ੍ਹਾਂ ਘਰ ਵਿੱਚ ਆਵੇਗਾ ਤਾਂ ਪੁੱਛਣਾ ਤਾਂ ਬਣਦਾ ਹੈ। ਅੱਛਾ ਠੀਕ ਹੈ, ਇਹ ਦੱਸ ਕਿੱਥੋਂ ਆਈ ਆ? ਪਹਿਲਾਂ ਕਦੇ ਬੱਚੇ ਪਾਲੇ ਹਨ ਤੂੰ? ਮੈਂ ਨਾ ਵਿੱਚ ਜਵਾਬ ਦਿੱਤਾ ਤਾਂ ਉਸ ਨੂੰ ਗੁੱਸਾ ਆ ਗਿਆ। ਕਿਸ ਨੇ ਰੱਖਿਆ ਤੈਨੂੰ? ਮੈਂ ਵੀ ਡਰਦੀ ਡਰਦੀ ਨੇ ਕਿਹਾ ਕਿ ਉਸ ਆਂਟੀ ਨੇ। ਇਹ ਮਾਂ ਵੀ ਨਾ ਬਿਲਕੁਲ ਪਾਗਲ ਹੋ ਗਈ ਆ। ਮੈਂ ਉਦਾਸ ਹੋ ਕੇ ਉੱਥੋਂ ਚੁੱਪਚਾਪ ਖੜੀ ਸੀ। ਤਾਂ ਫਿਰ ਉਸਨੇ ਗੁੱਸੇ ਵਿੱਚ ਕਿਹਾ ਕਿ ਤੂੰ ਹੁਣ ਮੇਰੇ ਸਿਰ ਤੇ ਹੀ ਖੜੀ ਰਹੇਂਗੀ, ਜਾ ਕੇ ਕੰਮ ਕਰ। ਮੈਂ ਚੁੱਪ ਕਰਕੇ ਡੋਲੀ ਦੇ ਰੂਮ ਵਿੱਚ ਚਲੀ ਗਈ ਤੇ ਉਸ ਨੂੰ ਤਿਆਰ ਕਰਕੇ ਹੇਠਾਂ ਲੈ ਆਈ। ਮੇਰੇ ਚਿਹਰੇ ਤੇ ਉਦਾਸੀ ਦੇਖ ਕੇ ਆਂਟੀ ਨੇ ਪੁੱਛਿਆ, ਕੀ ਹੋਇਆ? ਤਾਂ ਮੈਂ ਉਸ ਨੂੰ ਸਵੇਰ ਵਾਲੀ ਸਾਰੀ ਗੱਲ ਦੱਸ ਦਿੱਤੀ, ਜਿਸ ਨੂੰ ਸੁਣ ਕੇ ਆਂਟੀ ਨੇ ਕਿਹਾ, ਮੇਰਾ ਬੇਟਾ ਰੰਜਨਾ ਦੇ ਜਾਣ ਤੋਂ ਬਾਅਦ ਥੋੜਾ ਚਿੜਚਿੜਾ ਹੋ ਗਿਆ ਹੈ। ਕੋਈ ਉਸ ਦੇ ਚਿਹਰੇ ਦੀ ਮੁਸਕਾਨ ਵਾਪਸ ਲਿਆ ਦੇਵੇ ਤਾਂ ਮੇਰੇ ਕਲੇਜੇ ਵਿੱਚ ਠੰਡਕ ਪੈ ਜਾਵੇਗੀ। ਬਹੁਤ ਉਦਾਸ ਰਹਿੰਦਾ ਮੇਰਾ ਬੱਚਾ। ਮੈਂ ਸਾਰਾ ਦਿਨ ਉਸ ਦੇ ਬਾਰੇ ਸੋਚਦੀ ਰਹੀ। ਡੋਲੀ ਵੀ ਮੇਰਾ ਉਦਾਸ ਚਿਹਰਾ ਦੇਖ ਕੇ ਪੁੱਛਣ ਲੱਗੀ, ਕੀ ਹੋਇਆ ਆਂਟੀ? ਤਾਂ ਮੈਂ ਉਸ ਨੂੰ ਕੁਝ ਨਾ ਕਿਹਾ, ਪਰ ਕੋਲ ਬੈਠੀ ਉਸ ਦੀ ਦਾਦੀ ਨੇ ਕਿਹਾ, ਤੇਰੇ ਪਾਪਾ ਨੇ ਤੇਰੀ ਆਂਟੀ ਨੂੰ ਘੂਰਿਆ ਹੈ ਸਵੇਰੇ। ਰਾਤ ਹੋਈ ਤਾਂ ਡੋਲੀ ਦੇ ਪਾਪਾ ਘਰ ਆਏ ਤਾਂ ਡੋਲੀ ਮੇਰੀ ਗੋਦੀ ਵਿੱਚ ਬੈਠੀ ਸੀ। ਆਉਂਦੇ ਹੀ ਉਹਨਾਂ ਨੇ ਡੋਲੀ ਨੂੰ ਬੁਲਾਇਆ, ਮੇਰਾ ਬੱਚਾ ਆ ਜਾ ਪਾਪਾ ਕੋਲ। ਡੋਲੀ ਨੇ ਆਪਣੇ ਪਾਪਾ ਨੂੰ ਦੇਖਦੇ ਹੀ ਕਿਹਾ, ਤੁਸੀਂ ਗੰਦੇ ਹੋ, ਆਂਟੀ ਨੂੰ ਅੱਜ ਕਿਉਂ ਡਾਂਟਿਆ? ਕਹਿੰਦੇ ਹੋਏ ਡੋਲੀ ਮੇਰੇ ਵੱਲ ਹੋ ਕੇ ਬੈਠ ਗਈ। ਮੈਂ ਉਸ ਨੂੰ ਸਮਝਾਇਆ ਕਿ ਬੇਟਾ, ਇਹ ਤੇਰੇ ਪਾਪਾ ਹਨ। ਪਾਪਾ ਨੂੰ ਕਦੇ ਵੀ ਅਜਿਹਾ ਨਹੀਂ ਬੋਲਦੇ, ਗੰਦੀ ਗੱਲ ਹੁੰਦੀ ਹੈ। ਚਲੋ ਪਾਪਾ ਨੂੰ ਸੌਰੀ ਬੋਲੋ। ਡੋਲੀ ਨੇ ਆਪਣੇ ਪਾਪਾ ਨੂੰ ਸੌਰੀ ਬੋਲਿਆ। ਡੋਲੀ ਦੇ ਪਾਪਾ ਮੈਨੂੰ ਹੀ ਘੂਰੀ ਜਾ ਰਹੇ ਸੀ। ਮੈਂ ਜਲਦੀ ਨਾਲ ਡੋਲੀ ਨੂੰ ਚੁੱਕਿਆ ਤੇ ਰੂਮ ਵਿੱਚ ਸੁਲਾਉਣ ਲਈ ਚਲੀ ਗਈ। ਤੇ ਡੋਲੀ ਨੂੰ ਸੁਲਾਉਣ ਤੋਂ ਬਾਅਦ ਮੈਂ ਹੇਠਾਂ ਆਈ ਤਾਂ ਮੋਹਨ ਜੀ ਉੱਥੇ ਹੀ ਸੋਫੇ ਤੇ ਬੈਠੇ ਮੈਨੂੰ ਘੂਰ ਰਹੇ ਸੀ। ਉਹਨਾਂ ਨੇ ਮੈਨੂੰ ਬੁਲਾਇਆ ਤੇ ਕਿਹਾ, ਮਤਲਬ ਤੂੰ ਹੁਣ ਮੇਰੀ ਬੱਚੀ ਨੂੰ ਮੇਰੇ ਖਿਲਾਫ ਕਰਕੇ ਮੈਨੂੰ ਮੇਰੀ ਬੱਚੀ ਤੋਂ ਅਲੱਗ ਕਰਨਾ ਚਾਹੁੰਦੀ ਹੈ? ਮੈਂ ਤੇਰੇ ਵਰਗੀਆਂ ਨੂੰ ਚੰਗੀ ਤਰ੍ਹਾਂ ਜਾਣਦਾ। ਬੱਚਾ ਚੋਰ ਗਰੋਹ ਵਿੱਚੋਂ ਆ ਤੂੰ। ਮੈਂ ਹੁਣੇ ਪੁਲਿਸ ਨੂੰ ਫੋਨ ਕਰਦਾ, ਨਹੀਂ ਤਾਂ ਚਲੀ ਜਾ ਇੱਥੋਂ ਹੁਣੇ। ਮੈਂ ਰੋਣ ਲੱਗੀ ਤੇ ਵਾਹ ਰੇ ਕਿਸਮਤ, ਪਹਿਲਾਂ ਬਾਂਝ, ਫਿਰ ਤਲਾਕ ਅਤੇ ਹੁਣ ਬੱਚਾ ਚੋਰ ਗਰੋਹ।
ਕਿੰਨੇ ਕਲੰਕ ਲਗਾਉਣੇ ਬਾਕੀ ਹਨ ਮੇਰੀ ਜ਼ਿੰਦਗੀ ਵਿੱਚ। ਮੈਂ ਅੱਖਾਂ ਵਿੱਚੋਂ ਹੰਝੂ ਲੁਕੋ ਕੇ ਕਿਹਾ, ਸਰ ਪੁਲਿਸ ਨੂੰ ਫੋਨ ਨਾ ਕਰਿਓ, ਮੈਂ ਹੁਣੇ ਚਲੀ ਜਾਂਦੀ ਹਾਂ ਇਸ ਘਰ ਨੂੰ ਛੱਡ ਕੇ। ਮੈਂ ਉਸੇ ਗੇਟ ਰਾਹੀਂ ਬਾਹਰ ਨਿਕਲ ਗਈ। ਸਾਰੇ ਮਰਦ ਇੱਕੋ ਜਿਹੇ ਹੁੰਦੇ ਹਨ। ਮੈਂ ਘਰ ਤੋਂ ਨਿਕਲ ਤਾਂ ਗਈ, ਪਰ ਮੇਰੇ ਸਾਹਮਣੇ ਉਹੀ ਸਮੱਸਿਆ ਸੀ ਕਿ ਹੁਣ ਮੈਂ ਕਿੱਥੇ ਜਾਵਾਂ। 2 ਦਿਨ ਦੀਆਂ ਖੁਸ਼ੀਆਂ ਮੇਰੇ ਨਸੀਬ ਆਈਆਂ ਸੀ ਅਤੇ ਇਹਨਾਂ 8 ਸਾਲਾਂ ਵਿੱਚ ਮੈਂ ਦੇਖਿਆ ਸੀ ਕਿ ਸਾਰੇ ਮਰਦ ਇੱਕੋ ਤਰ੍ਹਾਂ ਦੇ ਹੁੰਦੇ ਹਨ, ਨਿਰਦਈ ਅਤੇ ਜ਼ਾਲਮ। ਉਹਨਾਂ ਨੂੰ ਕਿਸੇ ਵੀ ਔਰਤ ਦੀ ਭਾਵਨਾ ਦੀ ਕੋਈ ਚਿੰਤਾ ਨਹੀਂ ਹੁੰਦੀ। ਜਿਵੇਂ ਮੇਰਾ ਪਤੀ ਸੀ ਉਵੇਂ ਹੀ ਮੋਹਨ ਵੀ ਨਿਕਲਿਆ। ਮੈਂ ਰਸਤੇ ਵਿੱਚ ਤੁਰੀ ਜਾ ਰਹੀ ਸੀ ਤਾਂ ਮੈਨੂੰ 3 ਲੜਕੇ ਲੜਦੇ ਹੋਏ ਦਿਖਾਈ ਦਿੱਤੇ। 2 ਲੜਕਿਆਂ ਨੇ ਇੱਕ ਲੜਕੇ ਉੱਤੇ ਵਾਰ ਕਰ ਦਿੱਤਾ ਚਾਕੂ ਨਾਲ ਤੇ ਉਸ ਦਾ ਮੋਬਾਈਲ ਖੋਹ ਕੇ ਭੱਜ ਗਏ। ਮੈਂ ਜਲਦੀ ਨਾਲ ਉਸ ਵੱਲ ਭੱਜੀ ਤੇ ਉਸ ਨੂੰ ਕਿਸੇ ਦੀ ਮਦਦ ਨਾਲ ਹਸਪਤਾਲ ਲੈ ਕੇ ਗਈ। ਹਸਪਤਾਲ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ, ਇਹ ਕੌਣ ਹੈ? ਤਾਂ ਮੈਂ ਜਲਦੀ ਨਾਲ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਜਾਣਦੀ ਇਹ ਕੌਣ ਹੈ, ਪਰ ਹਾਂ ਮੈਂ ਇਸ ਨੂੰ ਸੜਕ ਤੇ ਪਿਆ ਹੋਇਆ ਦੇਖਿਆ ਤਾਂ ਇੱਥੇ ਚੁੱਕ ਕੇ ਲਿਆਈ। ਉਹਨਾਂ ਨੇ ਉਸ ਦੇ ਪਰਸ ਵਿੱਚੋਂ ਇੱਕ ਕਾਰਡ ਕੱਢਿਆ ਤੇ ਉਸ ਦੇ ਘਰ ਫੋਨ ਲਾ ਦਿੱਤਾ। ਥੋੜੇ ਟਾਈਮ ਬਾਅਦ ਉਹ ਹਸਪਤਾਲ ਵਿੱਚੋਂ ਬਾਹਰੋਂ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਡਾਕਟਰ ਨੇ ਕਿਹਾ, ਮੋਹਨ ਜੀ ਤੁਸੀਂ? ਤਾਂ ਮੋਹਨ ਨੇ ਕਿਹਾ ਕਿ ਮੇਰਾ ਭਰਾ ਇੱਥੇ ਆ। ਤਾਂ ਡਾਕਟਰ ਮੋਹਨ ਨੂੰ ਕਮਰੇ ਵਿੱਚ ਲੈ ਗਿਆ। ਮੋਹਨ ਨੇ ਕਿਹਾ, ਛੋਟੇ ਕੀ ਹੋ ਗਿਆ ਤੈਨੂੰ? ਕਿਸ ਨੇ ਕੀਤਾ ਇਹ ਸਭ? ਇਹ ਕਹਿੰਦੇ ਹੋਏ ਮੋਹਨ ਦੀ ਨਜ਼ਰ ਮੇਰੇ ਤੇ ਪਈ। ਮੇਰਾ ਤਾਂ ਸਾਹ ਹੀ ਰੁਕ ਗਿਆ। ਮੈਂ ਕਮਰੇ ਤੋਂ ਬਾਹਰ ਜਾਣ ਹੀ ਲੱਗੀ ਸੀ, ਉਸਨੇ ਮੈਨੂੰ ਸਿੱਧੇ ਕਿਹਾ ਕਿ ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਤੈਨੂੰ ਕਿਹਾ ਸੀ ਕਿ ਤੂੰ ਮੇਰੇ ਘਰ ਪਰਿਵਾਰ ਤੋਂ ਦੂਰ ਰਹਿ। ਬੁਲਾਵਾਂ ਪੁਲਿਸ ਨੂੰ? ਮੈਂ ਇੰਨਾ ਹੀ ਸੁਣਿਆ ਤੇ ਉੱਥੋਂ ਨਿਕਲ ਕੇ ਬਾਹਰ ਆ ਗਈ। ਹੁਣ ਮੈਂ ਬਾਹਰ ਹਸਪਤਾਲ ਦੇ ਬਣੇ ਹੋਏ ਸ਼ੈੱਡ ਵਿੱਚ ਬੈਂਚ ਤੇ ਬੈਠੀ ਤੇ ਰਾਤ ਦੇ 4 ਵੱਜ ਚੁੱਕੇ ਸੀ। ਮੈਨੂੰ ਕੁਝ ਨਹੀਂ ਸੁੱਝਿਆ। ਮੈਂ 2 ਘੰਟੇ ਹਸਪਤਾਲ ਦੇ ਬਾਹਰ ਸਾਈਡ ਤੇ ਇੱਕ ਬੈਂਚ ਤੇ ਹੀ ਰੁਕਣ ਦਾ ਵਿਚਾਰ ਕੀਤਾ। ਮੈਂ ਉਸ ਬੈਂਚ ਤੇ ਆ ਕੇ ਬੈਠ ਗਈ ਤੇ ਬੈਠੇ ਬੈਠੇ ਨੀਂਦ ਆ ਗਈ। ਹਸਪਤਾਲ ਦੇ ਅੰਦਰ ਜਦੋਂ ਡਾਕਟਰ ਕਮਰੇ ਵਿੱਚ ਗਈ ਤਾਂ ਉਹਨਾਂ ਨੇ ਪੁੱਛਿਆ, ਮਿਸਟਰ ਮੋਹਨ ਉਹ ਲੜਕੀ ਕਿੱਥੇ ਆ ਜੋ ਇਸ ਨੂੰ ਲੈ ਕੇ ਆਈ ਸੀ? ਕਿ ਉਹ ਲੜਕੀ ਮੇਰੇ ਭਰਾ ਨੂੰ ਇੱਥੇ ਲੈ ਕੇ ਆਈ ਸੀ? ਡਾਕਟਰ ਨੂੰ ਮੋਹਨ ਨੇ ਚੀਕਦੇ ਹੋਏ ਪੁੱਛਿਆ। ਡਾਕਟਰ ਨੇ ਜਵਾਬ ਦਿੱਤਾ ਕਿ ਹਾਂ ਮਿਸਟਰ ਮੋਹਨ, ਉਹ ਦੱਸ ਰਹੀ ਸੀ ਕਿ 2 ਲੜਕਿਆਂ ਨੇ ਚਾਕੂ ਨਾਲ ਮਾਰ ਕੇ ਇਸ ਦਾ ਮੋਬਾਈਲ ਖੋ ਕੇ ਭੱਜ ਗਏ ਸੀ। ਉਹ ਲੜਕੀ ਇਸ ਨੂੰ ਸੜਕ ਤੋਂ ਹਸਪਤਾਲ ਤੱਕ ਲੈ ਕੇ ਆਈ। ਪਤਾ ਨਹੀਂ ਕਿੱਧਰ ਚਲੀ ਗਈ ਬਿਨਾਂ ਕੁਝ ਦੱਸੇ ਨਹੀਂ। ਰਾਤ ਦੇ 4 ਵੱਜ ਚੁੱਕੇ ਸੀ। ਮੋਹਨ ਹਸਪਤਾਲ ਵਿੱਚੋਂ ਬਾਹਰ ਆਇਆ ਤੇ ਗੱਡੀ ਲੈ ਕੇ ਜਾਣ ਲੱਗਿਆ ਤਾਂ ਉਸ ਦੀ ਨਿਗਾਹ ਮੇਰੇ ਤੇ ਪੈ ਗਈ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ਇਹ ਲੜਕੀ ਸੁਣ। ਮੈਂ ਆਵਾਜ਼ ਸੁਣ ਕੇ ਤੁਰੰਤ ਜਾਗ ਪਈ। ਦੇਖਿਆ ਤਾਂ ਸਾਹਮਣੇ ਮੋਹਨ ਖੜਾ ਸੀ। ਮੈਂ ਹੜਬੜਾਉਂਦੇ ਹੋਏ ਮੋਹਨ ਨੂੰ ਕਿਹਾ ਕਿ ਪੁਲਿਸ ਨੂੰ ਨਾ ਬੁਲਾਇਓ, ਮੈਂ ਸਵੇਰ ਹੁੰਦੇ ਇੱਥੋਂ ਚਲੀ ਜਾਵਾਂਗੀ। ਮੋਹਨ ਨੇ ਮੈਨੂੰ ਹਸਪਤਾਲ ਦੇ ਅੰਦਰ ਬੁਲਾਇਆ ਤੇ ਸਿਰਫ ਇੰਨਾ ਹੀ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਦੇ ਲਈ ਸੌਰੀ। ਮੈਂ ਗੁੱਸੇ ਵਿੱਚ ਜ਼ਿਆਦਾ ਹੀ ਬੋਲ ਗਿਆ। ਤੂੰ ਮੇਰੇ ਭਰਾ ਦੀ ਜਾਨ ਬਚਾ ਕੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ। ਬੋਲ, ਤੈਨੂੰ ਕਿੰਨੇ ਰੁਪਏ ਚਾਹੀਦੇ? ਮੈਂ ਕਿਹਾ, ਸਰ ਮੈਨੂੰ ਕੋਈ ਉਪਕਾਰ ਨਹੀਂ ਚਾਹੀਦਾ, ਨਾ ਹੀ ਰੁਪਇਆਂ ਦੇ ਲਈ ਮੈਂ ਇਹ ਕੀਤਾ। ਤੁਹਾਡੇ ਭਰਾ ਦੀ ਜਗ੍ਹਾ ਕੋਈ ਹੋਰ ਵੀ ਹੁੰਦਾ ਤਾਂ ਮੈਂ ਇਹੀ ਕਰਦੀ। ਮੈਂ ਬੱਚਾ ਚੋਰ ਵੀ ਨਹੀਂ ਹਾਂ ਸਰ, ਮੇਰੀ ਮਜਬੂਰੀ ਨੇ ਮੈਨੂੰ ਇੱਥੇ ਕੰਮ ਕਰਨ ਦੇ ਲਈ ਮਜਬੂਰ ਕਰ ਦਿੱਤਾ। ਨਹੀਂ ਤਾਂ ਮੈਂ ਪੜ੍ਹੀ ਲਿਖੀ BSc MSc ਪਾਸ ਸਟੂਡੈਂਟ ਹਾਂ, ਮੈਂ ਕੋਈ ਵੀ ਕੰਮ ਕਰ ਸਕਦੀ ਹਾਂ। ਮੋਹਨ ਸ਼ਰਮਿੰਦਾ ਹੋਇਆ ਤੇ ਉਹਨੇ ਦੁਬਾਰਾ ਮੇਰੇ ਤੋਂ ਮਾਫੀ ਮੰਗੀ ਤੇ ਕਿਹਾ, ਮੈਂ ਬਹੁਤ ਜਲਦੀ ਗੁੱਸਾ ਹੋ ਜਾਂਦਾ, ਮੈਨੂੰ ਮਾਫ ਕਰ ਦੇ। ਜੋ ਕੁਝ ਵੀ ਹੋਇਆ ਬਸ ਮੇਰੀ ਮਾਂ ਨੂੰ ਨਾ ਦੱਸੀ ਪਲੀਜ਼। ਮੈਂ ਵੀ ਕਿਹਾ ਕਿ ਨਹੀਂ ਦੱਸਾਂਗੀ। ਗੱਲਾਂ ਕਰਦੇ ਕਰਦੇ ਸਵੇਰ ਦੇ 6 ਵਜ ਗਏ। ਚਾਨਣ ਹੋ ਚੁੱਕਿਆ ਸੀ ਤੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਘਰ ਜਾਓ, ਮੈਂ ਇੱਥੇ ਰਹਾਂਗੀ। ਤਾਂ ਉਸਨੇ ਕਿਹਾ, ਤੂੰ ਸੰਭਾਲ ਲਵੇਂਗੀ? ਸਵਾਲੀਏ ਤਰੀਕੇ ਨਾਲ ਪੁੱਛਿਆ। ਮੈਂ ਕਿਹਾ ਕਿ ਹਾਂ, ਮੈਂ ਇੱਥੇ ਹੀ ਹਾਂ। ਮੋਹਨ ਉੱਥੋਂ ਚਲਿਆ ਗਿਆ ਤੇ ਮੈਂ ਉਸ ਦੇ ਭਾਈ ਦੇ ਕੋਲ ਆ ਕੇ ਬੈਠ ਗਈ। ਸਵੇਰ ਦੇ 10 ਵਜੇ ਮੋਹਨ ਜੀ ਅਤੇ ਉਸ ਦੀ ਮਾਤਾ ਜੀ ਹਸਪਤਾਲ ਵਿੱਚ ਆਏ। ਉਹ ਕਮਰੇ ਬਹੁਤ ਛੋਟੇ ਸੀ। ਉਸ ਕਮਰੇ ਵਿੱਚ ਸਾਰੇ ਲੋਕ ਨਹੀਂ ਆ ਸਕਦੇ ਸੀ। ਉਸ ਵਿੱਚ ਸਿਰਫ ਆਂਟੀ ਜੀ ਆਪਣੇ ਬੇਟੇ ਕੋਲ ਬੈਠੀ। ਮੈਂ ਤੇ ਮੋਹਨ ਜੀ ਬਾਹਰ ਨਿਕਲ ਗਏ। ਬਾਹਰ ਜਾਂਦੇ ਹੋਏ ਮੋਹਨ ਨੇ ਪਹਿਲੀ ਵਾਰ ਮੈਨੂੰ ਬੜੇ ਪਿਆਰ ਨਾਲ ਮੇਰਾ ਨਾਮ ਪੁਕਾਰਿਆ ਸੀ, ਅੰਜਲੀ ਜੀ। ਮੈਂ ਹੈਰਾਨੀ ਨਾਲ ਉਸ ਦੇ ਵੱਲ ਦੇਖਿਆ। ਮੋਹਨ ਜੀ ਨੇ ਕਿਹਾ, ਮੈਨੂੰ ਤੁਹਾਡੇ ਬਾਰੇ ਕੁਝ ਵੀ ਨਹੀਂ ਪਤਾ ਸੀ, ਇਸ ਲਈ ਮੈਂ ਇੰਨਾ ਸਭ ਕੁਝ ਬੋਲ ਗਿਆ।
ਮੈਨੂੰ ਸਵੇਰੇ ਹੀ ਮੰਮੀ ਨੇ ਸਾਰਾ ਕੁਝ ਤੇਰੇ ਬਾਰੇ ਦੱਸਿਆ। ਮੈਂ ਉਸ ਦੇ ਵੱਲ ਦੇਖਦੇ ਹੋਏ ਕਿਹਾ ਕਿ ਮੈਨੂੰ ਇਸ ਦੀ ਆਦਤ ਹੈ, ਮੈਂ ਅਜਿਹੀਆਂ ਗੱਲਾਂ ਹਰ ਰੋਜ਼ ਸੁਣਦੀ ਹਾਂ। ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਮੈਂ ਬਸ ਪੁਲਿਸ ਵਾਲੀ ਗੱਲ ਤੋਂ ਡਰ ਗਈ ਸੀ, ਕਿਉਂਕਿ ਮੇਰੇ ਉੱਪਰ ਤਾਂ 3 ਕਲੰਕ ਪਹਿਲਾਂ ਹੀ ਲੱਗ ਚੁੱਕੇ ਨੇ। ਫਿਰ ਜੇ ਪੁਲਿਸ ਆ ਜਾਂਦੀ ਤਾਂ ਫਿਰ ਬਾਂਝ, ਤਲਾਕ, ਬੱਚਾ ਚੋਰ ਅਤੇ ਬਾਅਦ ਵਿੱਚ ਹਵਾਲਾਤ ਵਿੱਚ ਰਹਿਣ ਦਾ ਵੀ ਕਲੰਕ ਲੱਗ ਜਾਂਦਾ। ਮੋਹਨ ਨੇ ਆਪਣੀ ਗਲਤੀ ਮਹਿਸੂਸ ਕੀਤੀ ਤੇ ਉਸਨੇ ਮੈਨੂੰ ਕਿਹਾ ਕਿ ਚੰਗਾ ਦੱਸੋ, ਮੈਨੂੰ ਇਸ ਦੀ ਕੀ ਸਜ਼ਾ ਦੇਣਾ ਪਸੰਦ ਕਰੋਗੇ। ਮੈਂ ਸ਼ਬਦ ਪਹਿਲੀ ਵਾਰ ਸੁਣ ਰਹੀ ਸੀ। ਉਹ ਵੀ ਮਰਦ ਮੇਰੇ ਸਾਹਮਣੇ ਆਪਣੀ ਗਲਤੀ ਮੰਨ ਕੇ ਸਜ਼ਾ ਦੇ ਲਈ ਬੋਲ ਰਿਹਾ ਸੀ। ਮੈਂ ਕਿਹਾ, ਅਜਿਹਾ ਕੁਝ ਨਹੀਂ, ਮੈਂ ਕਿਸੇ ਨੂੰ ਕੋਈ ਸਜ਼ਾ ਨਹੀਂ ਦੇਣ ਵਾਲੀ। ਵੈਸੇ ਵੀ ਸਾਰੇ ਮਰਦ ਇੱਕੋ ਜਿਹੇ ਹੁੰਦੇ ਹਨ। ਅੱਜ ਬੋਲ ਰਹੇ ਹੋ, ਕੱਲ ਨੂੰ ਫਿਰ 2 ਗੁਣਾ ਦਰਦ ਮੈਨੂੰ ਮਿਲੇਗਾ। ਮੋਹਨ ਨੇ ਕਿਹਾ ਕਿ ਅੰਜਲੀ ਜੀ, ਮੈਂ ਇੰਨਾ ਵੀ ਬੁਰਾ ਨਹੀਂ। ਉਹ ਤਾਂ ਰੰਜਨਾ ਦੇ ਜਾਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ ਤਾਂ ਮੈਂ ਇਸ ਤਰ੍ਹਾਂ ਦਾ ਬਣ ਗਿਆ। ਮੈਂ ਵਾਅਦਾ ਕਰਦਾ ਹਾਂ ਕਿ ਅੱਜ ਦੇ ਬਾਅਦ ਕਦੇ ਵੀ ਕਿਸੇ ਗੱਲ ਤੇ ਗੁੱਸਾ ਨਹੀਂ ਕਰੂੰਗਾ। ਬਸ ਤੁਸੀਂ ਮੇਰੀ ਬੇਟੀ ਨੂੰ ਸੰਭਾਲ ਲਓ। ਮੈਂ ਵੀ ਕਿਹਾ ਕਿ ਤੁਸੀਂ ਡੋਲੀ ਦੀ ਚਿੰਤਾ ਨਾ ਕਰੋ, ਮੈਂ ਉਸਨੂੰ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗੀ। ਅਸੀਂ ਇਹ ਗੱਲਾਂ ਕਰਦੇ ਕਰਦੇ ਘਰ ਪਹੁੰਚ ਗਏ। ਅਗਲੇ ਦਿਨ ਮੋਹਨ ਜੀ ਨੇ ਸ਼ਾਮ ਨੂੰ ਘਰ ਆ ਕੇ ਮੈਨੂੰ ਕਿਹਾ, ਅੰਜਲੀ ਜੀ ਮੇਰੀ ਸੈਕਟਰੀ ਕੰਮ ਛੱਡ ਕੇ ਚਲੀ ਗਈ ਕਿ ਤੁਸੀਂ ਮੇਰੀ ਸੈਕਟਰੀ ਬਣੋਗੇ। ਮੈਂ ਹੈਰਾਨ ਹੋ ਕੇ ਉਸ ਨੂੰ ਅੱਖਾਂ ਅੱਡ ਅੱਡ ਕੇ ਦੇਖ ਰਹੀ ਸੀ ਤਾਂ ਉਸਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਹੀ ਹੈ, ਮੈਂ ਕੋਈ ਆਈ ਲਵ ਯੂ ਤਾਂ ਨਹੀਂ ਕਹਿ ਰਹਾ। ਫਿਰ ਮੈਂ ਕਿਹਾ, ਪਰ ਮੈਂ ਕਿਵੇਂ, ਅੱਜ ਤੱਕ ਮੈਂ ਬਾਹਰ ਕੰਮ ਨਹੀਂ ਕੀਤਾ। ਮੋਹਨ ਨੇ ਕਿਹਾ ਕਿ ਇਸ ਵਿੱਚ ਕੀ ਆ, ਜਿਵੇਂ ਘਰ ਨੂੰ ਮੈਨੇਜ ਕਰੀਦਾ ਹੈ ਵੈਸੇ ਹੀ ਆਫਿਸ ਵਿੱਚ ਕੰਮ ਨੂੰ ਮੈਨੇਜ ਕਰਿਆ ਕਰਨਾ, ਅਤੇ ਮੈਨੂੰ ਪੂਰਾ ਭਰੋਸਾ ਕਿ ਤੂੰ ਮੇਰੀ ਸੈਕਟਰੀ ਬਣ ਕੇ ਚੰਗੀ ਤਰ੍ਹਾਂ ਕੰਮ ਕਰੇਂਗੀ। ਮੈਂ ਵੀ ਹਿੰਮਤ ਕਰਕੇ ਹਾਂ ਬੋਲਤੀ ਅਤੇ ਕੱਲ ਤੋਂ ਮੈਂ ਆਫਿਸ ਜਾਵਾਂਗੀ, ਇਹ ਕਹਿ ਦਿੱਤਾ। ਅਗਲੇ ਦਿਨ ਮੈਂ ਜਲਦੀ ਹੀ ਉੱਠ ਖੜੀ ਤੇ ਪਹਿਲੀ ਵਾਰ ਜ਼ਿੰਦਗੀ ਵਿੱਚ ਮੰਦਰ ਗਈ, ਕਿਉਂਕਿ ਮੇਰਾ ਰੱਬ ਤੋਂ ਵਿਸ਼ਵਾਸ ਹੀ ਉੱਠ ਗਿਆ ਸੀ। ਅੱਜ ਪਹਿਲੀ ਵਾਰ ਰਾਗਨੀ ਕਾਕੀ ਨੇ ਮੈਨੂੰ ਚਾਹ ਪਿਆਈ ਤੇ ਮੈਂ ਤਿਆਰ ਹੋ ਕੇ ਬੈਠ ਗਈ। ਉੱਪਰੋਂ ਮੋਹਨ ਜੀ ਆਏ ਤੇ ਨਾਸ਼ਤਾ ਕਰਨ ਤੋਂ ਬਾਅਦ ਉਹਨਾਂ ਨੇ ਪੁੱਛਿਆ, ਰੈਡੀ ਹੋ ਅੰਜਲੀ ਜੀ? ਮੈਂ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਅਸੀਂ ਦੋਨੋਂ ਨਿਕਲ ਗਏ ਆਫਿਸ ਦੇ ਲਈ। ਇਹ ਮੇਰਾ ਦੂਜਾ ਐਕਸਪੀਰੀਅੰਸ ਸੀ ਮੋਹਨ ਜੀ ਦੇ ਨਾਲ। ਪਹਿਲਾਂ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਘੁੰਮਣ ਗਈ ਸੀ ਤੇ ਦੂਜਾ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਕਿਸੇ ਆਫਿਸ ਵਿੱਚ ਨਵੀਂ ਦੁਨੀਆ ਦੇਖੀ ਸੀ। ਮੈਂ ਮੋਹਨ ਜੀ ਦੇ ਨਾਲ ਉਹਨਾਂ ਦੇ ਕੈਬਿਨ ਵਿੱਚ ਅੰਦਰ ਗਈ ਤਾਂ ਮੋਹਨ ਜੀ ਦੇ ਨਾਲ ਕਈ ਹੋਰ ਲੜਕੀਆਂ ਸੀ। ਮੋਹਨ ਜੀ ਨੇ ਕਿਹਾ, ਜੋਤੀ ਇਸ ਨੂੰ ਇਸ ਦਾ ਕੰਮ ਸਮਝਾ ਦਿਓ ਅਤੇ ਇਹ ਨਵੀਂ ਹੈ। ਜੋਤੀ ਮੈਨੂੰ ਸਮਝਾਉਣ ਲੱਗੀ। ਮੈਂ ਵੀ ਮਨ ਲਗਾ ਕੇ ਕੰਮ ਸਿੱਖਣ ਲੱਗੀ। ਸ਼ਾਮ ਨੂੰ ਅਸੀਂ ਇਕੱਠੇ ਵਾਪਸ ਆਏ ਤੇ ਫਿਰ ਤੋਂ ਡੋਲੀ ਦੇ ਨਾਲ ਕੁਝ ਸਮਾਂ ਬਿਤਾਇਆ ਤੇ ਖਾਣਾ ਖਾ ਕੇ ਜਲਦੀ ਨਾਲ ਸੌਂ ਗਈ, ਕਿਉਂਕਿ ਅੱਜ ਮੈਂ ਥੱਕ ਗਈ ਸੀ, ਕਿਉਂਕਿ ਸਵੇਰੇ ਉੱਠ ਕੇ ਫਿਰ ਤੋਂ ਉਹੀ ਰੁਟੀਨ ਚਾਲੂ ਹੋਣਾ ਸੀ। ਅਸੀਂ ਸਵੇਰੇ ਆਫਿਸ ਪਹੁੰਚੇ ਤੇ ਮੈਂ ਸਿੱਧੇ ਕੈਬਿਨ ਵਿੱਚ ਗਈ ਤੇ ਕੰਮ ਕਰਨ ਲੱਗੀ। ਮੈਂ ਬੌਸ ਦੇ ਸਾਹਮਣੇ ਬੈਠ ਕੇ ਕੰਮ ਕਰ ਰਹੀ ਸੀ। ਕੈਬਿਨ ਦਾ ਦਰਵਾਜ਼ਾ ਮੇਰੇ ਠੀਕ ਪਿੱਛੇ ਸੀ। ਹਾਂ ਮਿਸਟਰ ਵਿਜੇ, ਬੋਲੋ, ਕੋਈ ਕੰਮ ਸੀ? ਬੌਸ ਨੇ ਮੇਰੇ ਪਿੱਛੇ ਖੜੇ ਆਦਮੀ ਨੂੰ ਕਿਹਾ। ਉਹ ਬੌਸ ਮੇਰੇ ਘਰ ਤੋਂ ਫੋਨ ਆਇਆ ਸੀ ਕਿ ਮੇਰੀ ਮਾਂ ਹੁਣੇ ਚੱਲ ਵਸੀ ਹੈ, ਮੈਨੂੰ ਛੁੱਟੀ ਚਾਹੀਦੀ ਹੈ। ਮੈਂ ਬਿਨਾਂ ਦੇਖੇ ਹੀ ਆਵਾਜ਼ ਤੇ ਨਾਮ ਨੂੰ ਪਹਿਚਾਨ ਲਿਆ ਸੀ। ਇਹ ਉਹੀ ਮੇਰਾ ਜ਼ਾਲਮ ਪਤੀ ਸੀ। ਜਦੋਂ ਆਪਣੀ ਸੱਸ ਦੀ ਮੌਤ ਦਾ ਸਮਾਚਾਰ ਸੁਣਿਆ ਤਾਂ ਦਿਲ ਧੱਕ ਧੱਕ ਕਰਨ ਲੱਗਾ। ਉਹ ਕਿਹੋ ਜਿਹੀ ਵੀ ਸੀ, ਪਰ ਹੈ ਤਾਂ ਮੇਰੀ ਸੱਸ ਸੀ। ਮੋਹਨ ਜੀ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਤੇ ਉਹ ਚਲੇ ਗਏ। ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਦਾ ਦੇਖ ਮੋਹਨ ਨੇ ਮੈਨੂੰ ਮਜ਼ਾਕ ਕਰਦੇ ਹੋਏ ਕਿਹਾ, ਕੀ ਹੋਇਆ ਤੈਨੂੰ? ਤੂੰ ਤਾਂ ਇਸ ਤਰ੍ਹਾਂ ਰੋ ਰਹੀ ਹੈ ਜਿਵੇਂ ਤੇਰੀ ਸੱਸ ਮਰ ਗਈ ਹੋਵੇ। ਮੈਂ ਵੀ ਉਹਨਾਂ ਨੂੰ ਕਿਹਾ, ਬੌਸ, ਉਹ ਮੇਰੀ ਸੱਸ ਹੀ ਸੀ ਅਤੇ ਵਿਜੇ ਮੇਰਾ ਉਹੀ ਜ਼ਾਲਮ ਪਤੀ ਆ। ਮੋਹਨ ਦੀ ਤਾਂ ਬੋਲਤੀ ਬੰਦ ਹੋ ਗਈ। ਮੈਂ ਵੀ ਛੱਡਦੇ ਹੋਏ ਕਿਹਾ ਕਿ ਹੁਣ ਦੱਸੋ ਕੀ ਹੋਇਆ, ਕੀ ਬੋਲ ਰਹੇ ਸੀ? ਮੋਹਨ ਨੇ ਪੁੱਛਿਆ ਤੂੰ ਚੱਲਣਾ ਆਪਣੀ ਸੱਸ ਦੇ ਘਰੇ? ਮੈਂ ਕਿਹਾ ਜਾਣ ਦੀ ਇੱਛਾ ਤਾਂ ਹੈ ਪਰ ਹਿੰਮਤ ਨਹੀਂ। ਉਹ ਲੋਕ ਫਿਰ ਤੋਂ ਮੈਨੂੰ ਗਾਲੀਆਂ ਦੇਣਗੇ। ਇਸ ਤਰ੍ਹਾਂ ਕਿਵੇਂ ਗਾਲਾਂ ਦੇਣਗੇ? ਗੋਲਡਨ ਇੰਡਸਟਰੀ ਦੀ ਮਾਲਕਣ ਨੂੰ। ਮੈਂ ਉਹਨਾਂ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਦੰਗ ਰਹਿ ਗਈ। ਉਹਨਾਂ ਨੇ ਕੂਲ ਹੁੰਦੇ ਹੋਏ ਕਿਹਾ, ਸਿਰਫ ਨਾਟਕ ਕਰਨਾ ਹੈ, ਆਪਾਂ ਡੋਲੀ ਨੂੰ ਵੀ ਨਾਲ ਲੈ ਕੇ ਜਾਵਾਂਗੇ ਤਾਂ ਕਿ ਤੇਰੇ ਚਰਿੱਤਰ ਤੋਂ ਬਾਂਝ ਹੋਣ ਦਾ ਕਲੰਕ ਮਿਟ ਸਕੇ। ਦੁਨੀਆ ਇੰਨੀ ਅੱਗੇ ਨਿਕਲ ਗਈ ਹੈ ਅਤੇ ਇਹ ਲੋਕ ਉੱਥੇ ਹੀ ਅਟਕੇ ਹਨ। ਆਪਣੀ ਕੁੱਖ ਵਿੱਚੋਂ ਜਨਮ ਦੇਣ ਵਾਲੀ ਔਰਤ ਹੀ ਮਾਂ ਬਣਦੀ ਆ।
ਕਿ ਜੇ ਇਹਨਾਂ ਵਿੱਚ ਇੰਨਾ ਹੀ ਦਿਮਾਗ ਹੁੰਦਾ ਤਾਂ ਬੱਚੇ ਦੇ ਲਈ ਤਾਂ ਹੋਰ ਵੀ ਕਈ ਉਪਾਅ ਹਨ। ਅੱਜ ਕੱਲ੍ਹ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ। ਮੈਂ ਉਹਨਾਂ ਦੀ ਗੱਲ ਸੁਣ ਕੇ ਰੋਣ ਲੱਗੀ। ਉਹਨਾਂ ਨੇ ਫਿਰ ਪੁੱਛਿਆ, ਕੀ ਹੋਇਆ? ਡੋਲੀ ਤੇਰੀ ਬੇਟੀ ਨਹੀਂ? ਮੈਂ ਕਿਹਾ, ਮੋਹਨ ਜੀ, ਡੋਲੀ ਮੇਰੀ ਬੇਟੀ ਹੈ ਤੇ ਮੈਂ ਉਸ ਦੀ ਮਾਂ। ਅੱਜ ਤੋਂ ਮੈਂ ਬਾਂਝ ਨਹੀਂ। ਫਿਰ ਅਸੀਂ ਦੋਨੋਂ ਆਫਿਸ ਤੋਂ ਨਿਕਲੇ ਤੇ ਘਰ ਪਹੁੰਚੇ। ਡੋਲੀ ਨੂੰ ਲੈ ਕੇ ਅਸੀਂ ਦੋਨੋਂ ਮੇਰੇ ਸਹੁਰੇ ਪਹੁੰਚੇ। ਰਸਤੇ ਵਿੱਚ ਹੀ ਮੋਹਨ ਜੀ ਨੇ ਡੋਲੀ ਨੂੰ ਦੱਸ ਦਿੱਤਾ ਸੀ ਕਿ ਬੇਟਾ, ਹੁਣ ਤੂੰ ਆਈ ਨੂੰ ਮੰਮੀ ਬੋਲਣਾ। ਡੋਲੀ ਵੀ ਛੋਟੀ ਜਿਹੀ ਉਮਰ ਵਿੱਚ ਹੀ ਸਮਝਦਾਰ ਹੋ ਗਈ ਸੀ। ਅਸੀਂ ਜਿਵੇਂ ਹੀ ਸਹੁਰੇ ਪਹੁੰਚੇ ਤਾਂ ਸਭ ਦਾ ਰੋਣਾ ਧੋਣਾ ਚਾਲੂ ਸੀ। ਮੈਂ ਤਾਂ ਪੂਰੀ ਤਰ੍ਹਾਂ ਤਿਆਰ ਹੋ ਕੇ ਗਈ ਸੀ, ਕਿਉਂਕਿ ਮੈਨੂੰ ਉਸ ਦੇ ਘਰ ਵਿੱਚ ਮਾਤਮ ਤੋਂ ਮਤਲਬ ਨਹੀਂ ਸੀ। ਮੈਂ ਤਾਂ ਉਹਨਾਂ ਨੂੰ ਆਪਣੀ ਦੌਲਤ ਅਤੇ ਆਪਣੀ ਬੇਟੀ ਨੂੰ ਦਿਖਾਉਣਾ ਸੀ। ਮੇਰੇ ਅੰਦਰ ਜਾਂਦੇ ਹੀ ਸਭ ਦੀ ਨਜ਼ਰ ਸਾਡੇ ਉੱਪਰ ਹੀ ਸੀ। ਮੇਰੇ ਪਤੀ ਮੈਨੂੰ ਦੇਖਦੇ ਹੀ ਚਿੜ ਗਏ। ਤੂੰ ਇੱਥੇ ਕੀ ਕਰਨ ਆਈ ਆ? ਤੈਨੂੰ ਤਾਂ ਮੈਂ ਘਰ ਤੋਂ ਕੱਢ ਦਿੱਤਾ ਸੀ। ਪਿੱਛੋਂ ਆਵਾਜ਼ ਆਈ ਕਿ ਅਸੀਂ ਚਲੇ ਜਾਂਦੇ ਹਾਂ। ਮੇਰੇ ਪਤੀ ਇੱਕਦਮ ਘਬਰਾ ਗਏ। ਬੌਸ, ਤੁਸੀਂ ਤੇਰੇ ਗਮ ਵਿੱਚ ਸ਼ਾਮਲ ਹੋਣ ਲਈ ਆਏ ਸੀ, ਤੂੰ ਸਾਨੂੰ ਦਰਵਾਜ਼ੇ ਤੋਂ ਹੀ ਭਜਾ ਰਿਹਾ। ਮੇਰੇ ਪਤੀ ਨੇ ਘਬਰਾਉਂਦੇ ਹੋਏ ਕਿਹਾ, ਨਹੀਂ ਸਰ, ਤੁਹਾਨੂੰ ਨਹੀਂ, ਉਹ ਤਾਂ ਮੈਂ ਇਹਨਾਂ ਨੂੰ ਬੋਲ ਰਿਹਾ ਸੀ। ਉਦੋਂ ਹੀ ਡੋਲੀ ਦੀ ਆਵਾਜ਼ ਆਈ, ਮੰਮੀ, ਇਹ ਅੰਕਲ ਕੌਣ ਆ ਜੋ ਇੰਨਾ ਉੱਚੀ ਬੋਲ ਰਹੇ ਹਨ? ਮੈਂ ਡੋਲੀ ਨੂੰ ਜਵਾਬ ਦਿੱਤਾ ਕਿ ਬੇਟਾ, ਇਹ ਅੰਕਲ ਇੱਕ ਰਾਖਸ਼ ਹੈ। ਮੇਰੇ ਕਹਿਣ ਤੇ ਹੀ ਵਿਜੇ ਡੋਲੀ ਦੇ ਵੱਲ ਆਉਣ ਲੱਗਿਆ। ਮੈਂ ਆਪਣੀ ਆਵਾਜ਼ ਨੂੰ ਤੇਜ਼ ਕਰਦੇ ਹੋਏ ਕਿਹਾ, ਸੁਣ ਮਿਸਟਰ ਵਿਜੇ, ਇਹ ਮੇਰੀ ਬੇਟੀ, ਤੁਸੀਂ ਵੀ ਦੇਖ ਲਓ। ਮੈਂ ਬਾਂਝ ਨਹੀਂ। ਜਿਸ ਔਰਤ ਨੂੰ ਤੂੰ ਆਪਣੀ ਜੁੱਤੀ ਸਮਝਦਾ ਸੀ, ਉਹ ਇੰਨੀ ਵੱਡੀ ਕੰਪਨੀ ਦੀ ਮਾਲਕਣ ਬਣ ਗਈ ਹੈ। ਵਿਜੇ ਦੇ ਸਾਹ ਸੁੱਕ ਗਏ। ਉਹ ਮੇਰੇ ਵੱਲ ਅੱਖਾਂ ਅੱਡ ਕੇ ਵੇਖਣ ਲੱਗਿਆ। ਮੇਰੇ ਜੇਠ ਅਤੇ ਜਠਾਨੀਆਂ ਦਾ ਵੀ ਇਹੀ ਹਾਲ ਸੀ। ਕਿਸੇ ਦੇ ਮੂੰਹ ਵਿੱਚ ਇੱਕ ਸ਼ਬਦ ਵੀ ਨਹੀਂ ਨਿਕਲਿਆ। ਸਭ ਦੇ ਸਭ ਹੱਕਾ ਬੱਕਾ ਰਹਿ ਗਏ। ਮੋਹਨ ਜੀ ਸਾਨੂੰ ਮਾਂ ਬੇਟੀ ਨੂੰ ਲੈ ਕੇ ਘਰ ਆ ਗਏ। ਘਰ ਆ ਕੇ ਮੈਂ ਆਂਟੀ ਨੂੰ ਸਭ ਕੁਝ ਦੱਸਿਆ ਤੇ ਆਂਟੀ ਕਹਿਣ ਲੱਗੀ, ਤੁਸੀਂ ਚੰਗਾ ਕੀਤਾ ਉੱਥੇ ਚਲੇ ਗਏ। ਮੈਨੂੰ ਉਸ ਦਿਨ ਲੱਗਿਆ ਕਿ ਸਾਰੇ ਮਰਦ ਇੱਕੋ ਜਿਹੇ ਨਹੀਂ ਹੁੰਦੇ। ਕੋਈ 2-4 ਮਰਦਾਂ ਦੇ ਪਿੱਛੇ ਸਾਰੇ ਬਦਨਾਮ ਹਨ। ਮੋਹਨ ਜੀ ਮੇਰੇ ਬਹੁਤ ਚੰਗੇ ਦੋਸਤ ਬਣ ਗਏ। ਉਹਨਾਂ ਵਿੱਚ ਵੀ ਬਦਲਾਅ ਆ ਗਿਆ ਸੀ। ਉਹ ਬਹੁਤ ਹੀ ਨੇਕ ਦਿਲ ਅਤੇ ਸੁਲਝੇ ਹੋਏ ਇਨਸਾਨ ਸੀ। ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਮੈਂ ਇੱਕ ਦਿਨ ਸੁਣਿਆ, ਵਿਜੇ ਦੀਆਂ ਸ਼ਰਾਬ ਪੀ ਕੇ ਦੋਨੋਂ ਕਿਡਨੀਆਂ ਫੇਲ ਹੋ ਗਈਆਂ। ਉਹ ਹੁਣ ਮਰਿਆ ਬਰਾਬਰ ਸੀ। ਵਿਜੇ ਵਰਗੇ ਲੋਕ ਜੋ ਆਪਣੀ ਪਤਨੀਆਂ ਦੇ ਨਾਲ ਜਾਨਵਰ ਵਰਗਾ ਵਿਵਹਾਰ ਕਰਦੇ ਹਨ ਅਤੇ ਪਤਨੀਆਂ ਨੂੰ ਮਜਬੂਰ ਹੋ ਕੇ ਉਹਨਾਂ ਦਾ ਅਤਿਆਚਾਰ ਸਹਿਣਾ ਪੈਂਦਾ, ਉਹਨਾਂ ਲੋਕਾਂ ਨੂੰ ਫਿਰ ਰੱਬ ਸਜ਼ਾ ਦਿੰਦਾ, ਜੋ ਮੈਂ ਆਪਣੇ ਅੱਖੀਂ ਵਿਜੇ ਨਾਲ ਹੁੰਦਾ ਦੇਖ ਰਹੀ ਸੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।